ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਸਵਾਗਤ ਹੈ ਤੁਹਾਡਾ ਗਰਗ ਸਾਹਿਬ। ਸ਼ੁਕਰੀਆ ਜੀ, ਬਹੁਤ ਬਹੁਤ ਸੁਖਵਿੰਦਰ ਜੀ। ਗਰਗ ਸਾਹਿਬ, ਜਿਹੋ ਜੀ ਆਬੋ ਹਵਾ ਬਿਹਾਰ ਦੇ ਵਿੱਚ ਭਾਜਪਾ ਤੇ ਨਿਤਿਸ਼ ਕੁਮਾਰ ਹੋਣਾ ਦੀ ਸਰਕਾਰ ਡਿੱਗਣ ਦੇ ਨਾਲ, ਜਾਂ ਕਹਿ ਲਓ ਕਿ ਕੱਲੀ ਭਾਜਪਾ ਨੂੰ ਜਿਹੜਾ ਬਹੁਤ ਵੱਡਾ ਝਟਕਾ ਲੱਗਿਆ, ਉਹਦੇ ਨਾਲ ਜਿਸ ਤਰ੍ਹਾਂ ਦੇ ਹਾਲਾਤ ਸਾਹਮਣੇ ਆ ਰਹੇ ਨੇ, ਕੀ ਇਸ ਨੂੰ ਇਸ ਤਰੀਕੇ ਨਾਲ ਸਵੀਕਾਰ ਕਰ ਲਿਆ ਜਾਵੇ ਕਿ ਇੱਕ ਦੇਸ਼ ਵਿੱਚ ਨਵੇਂ ਤਰ੍ਹਾਂ ਦੀ ਸਿਆਸਤ ਜਿਹੜੀ ਹੈ, ਧਰੂਵੀਕਰਨ ਸਿਆਸਤ ਦਾ ਹੋਣਾ ਜਾਂ ਫਿਰ ਖੇਤਰੀ ਪਾਰਟੀਆਂ ਦਾ ਉਭਾਰ ਹੋਣਾ? ਪਰ ਕਈ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਕੱਲਾ ਖੇਤਰੀ ਪਾਰਟੀਆਂ ਤੋਂ ਭਾਜਪਾ ਨੂੰ ਖਤਰਾ ਨਹੀਂ, ਉਹ ਉਹਨੂੰ ਕੋਈ ਵੱਡਾ ਖਤਰਾ ਨਹੀਂ ਮੰਨਦੇ। ਉਹਨਾਂ ਨੂੰ ਖਤਰਾ ਹੈ ਤਾਂ ਸਿਰਫ ਕੌਮੀ ਪਾਰਟੀ ਤੋਂ ਹੈ, ਜਿਵੇਂ ਕਾਂਗਰਸ ਹੋ ਗਈ, ਜਾਂ ਫਿਰ ਜਿਹੜੀ ਮਤਲਬ ਕਿ ਜਿਹੜੇ ਰਾਹ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਕੌਮੀ ਪਾਰਟੀ ਬਣਨ ਦੇ ਰਾਹ ਵੱਲ ਤੁਰੀ ਹੋਈ ਹੈ, ਜਾਂ ਉਹਨਾਂ ਤੋਂ ਖਤਰਾ ਆ। ਬਿਲਕੁਲ ਠੀਕ ਹੈ ਸੁਖਿੰਦਰ ਜੀ, ਤੁਸੀਂ ਵੀ ਦੇਸ਼ ਦੀ ਰਾਜਨੀਤੀ ਦੇ ਵਿੱਚ ਬਦਲਾਅ ਤਾਂ ਹੈਗਾ ਹੀ ਆ, ਚੰਗਾ ਮਾੜਾ ਹੈ, ਕਿੱਧਰ ਨੂੰ ਜਾਣਾ, ਇਹ ਤਾਂ ਆਪਾਂ ਨੂੰ ਦਿਖਦਾ ਹੀ ਹੈ। ਤੇ ਨਿਤਿਸ਼ ਕੁਮਾਰ ਨੇ ਤਾਂ ਕਈ ਵਾਰੀ ਬਦਲਾਅ ਕਰਿਆ ਹੈ, ਜਾਂ ਕੋਈ ਇੱਕ ਵਾਰੀ ਤਾਂ ਹੈ ਨਹੀਂ ਵੀ ਉਹਦਾ, ਕਈ ਹੋਰ ਪਾਰਟੀਆਂ ਵੀ ਕਰਦੀਆਂ ਨੇ। ਇਹ ਗੱਲ ਤੁਹਾਡੀ ਦਰੁਸਤ ਹੈ। ਵੈਸੇ ਮੈਂ ਇਹ ਤਾਂ ਨਹੀਂ ਮੰਨਦਾ ਵੀ ਆਪ ਤੋਂ ਅਜੇ ਕੋਈ ਬੀਜੇਪੀ ਨੂੰ ਖਤਰਾ ਹੈ। ਕਾਂਗਰਸ ਤੋਂ ਜ਼ਰੂਰ ਖਤਰਾ ਉਹ ਮਹਿਸੂਸ ਕਰਦੀ ਹੈ, ਭਾਵੇਂ ਕਿ ਕਾਂਗਰਸ ਦੀਆਂ ਸੀਟਾਂ ਘੱਟ ਹੀ ਰਹਿੰਦੀਆਂ ਨੇ ਹਰ ਰੋਜ਼ ਹੀ, ਪਰ ਕਾਂਗਰਸ ਕਿਉਂਕਿ ਪੂਰੇ ਦੇਸ਼ ਦੇ ਵਿੱਚ ਹੈਗੀ ਆ ਪਾਰਟੀ, ਹਰ ਸੂਬੇ ਵਿੱਚ ਉਹਦਾ ਕਿਤੇ ਨਾ ਕਿਤੇ ਵੋਟ ਬੈਂਕ ਤਾਂ ਹੈਗਾ ਹੀ ਹੈ ਨਾ, ਸੀਟਾਂ ਜਿੱਤੇ ਨਾ ਜਿੱਤੇ ਕੀ ਕਰਦੀ ਹੈ। ਸੋ ਉਹਦੇ ਵਿੱਚੋਂ ਉਹਨੂੰ ਖਤਰਾ ਹੈਗਾ। ਤੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦਾ ਉਭਾਰ ਜ਼ਰੂਰੀ ਹੈ, ਪਰ ਖੇਤਰੀ ਪਾਰਟੀਆਂ ਦਾ ਉਭਾਰ ਦਾ ਤਜਰਬਾ ਇੱਕ ਤਾਂ 77 ਵੇਲੇ ਪੋਸਟ ਐਮਰਜੈਂਸੀ ਤੋਂ ਬਾਅਦ ਲੋਕ ਕਰ ਚੁੱਕੇ। ਉਹਦੇ ਵਿੱਚ ਐਡੀ ਵੱਡੀ ਮੈਜੋਰਟੀ ਦਿੱਤੀ, ਆਮ ਵੱਡੇ ਵੱਡੇ ਜਿਹੜੀਆਂ ਅਧਿਕਾਰੀ ਸੀਗੇ, ਵੱਡੇ ਵੱਡੇ ਜਿਹੜੇ ਉਦਯੋਗਪਤੀ ਸੀਗੇ, ਉਹ ਲਾਈਨਾਂ 'ਚ ਖੜ ਕੇ ਰਿਜ਼ਲਟ ਸੁਣ ਰਹੇ ਸੀ, ਗੱਡੀ ਰੋਕ ਕੇ ਰਿਜ਼ਲਟ ਦੱਸੋ ਕੀ ਹੈ। ਮੈਂ ਇੰਨਾ ਲੋਕਾਂ 'ਚ ਇੰਟਰਸਟ ਹੋ ਗਿਆ ਸੀ ਹੁਣ ਦੇਸ਼ ਕੋਈ ਚੰਗਾ ਬਦਲਾਅ ਆਏਗਾ। ਆਇਆ ਕੋਈ ਬਦਲਾਅ? 3 ਸਾਲ 'ਚ ਉਹਨਾਂ ਦੀ ਸਰਕਾਰ ਟੁੱਟ ਗਈ। ਔਰ ਕਿਉਂ? ਕਿਉਂਕਿ ਉਹ ਉਸੇ ਰਸਤੇ ਤੁਰ ਪਏ ਜਿਹੜੇ ਰਸਤੇ ਇੰਦਰਾ ਗਾਂਧੀ ਤੁਰੀ ਸੀ। ਆਪਸ ਵਿੱਚ ਲੜਾਈ ਹੋ ਗਈ, ਹੋਰ ਹੋ ਗਿਆ। ਫਿਰ ਉਹਨਾਂ ਨੇ ਕਾਂਗਰਸ ਦੀਆਂ 9 ਸਰਕਾਰਾਂ ਤੋੜਤੀਆਂ ਵੀ ਕਿਉਂਕਿ ਅਸੀਂ ਪਾਰਲੀਮੈਂਟ ਜਿੱਤ ਗਏ, ਕਾਂਗਰਸੀ ਹੁਣ ਬੇਇੱਜ਼ਤੀ ਹੋ ਗਈ। ਇਹਦਾ ਮਤਲਬ ਪਹਿਲਾਂ ਤੋੜਤੀਆਂ। ਜਿੱਦੇ ਫਿਰ ਉਹਨਾਂ ਦੀ ਸਰਕਾਰ ਟੁੱਟ ਗਈ, ਫਿਰ ਉਦੋਂ ਨੂੰ ਉਹ ਜਿੱਤ ਚੁੱਕੇ ਸੀ ਦੁਬਾਰਾ ਚੋਣਾਂ ਕਰਾ ਕੇ ਜਨਤਾ ਆ ਗਏ। ਉਹ ਜਨਤਾ ਪਾਰਟੀ ਦੀਆਂ ਕਾਂਗਰਸ ਨੇ ਤੋੜਤੀਆਂ, ਤੇ 81 ਜਾਂ ਕਾਂਗਰਸ ਦੁਬਾਰਾ ਜਿੱਤ ਗਈ 80 'ਚ। ਸੋ ਇਸ ਕਰਕੇ ਇਹ ਜਿਹੜਾ ਤੌਰ ਤਰੀਕਾ ਸੀ 80 'ਚ ਕਾਂਗਰਸ ਦਾ ਜਿੱਤ ਕੇ ਤੋੜਨਾ, ਜਾਂ ਇਹਨਾਂ ਦਾ 70 ਜਿੱਤ ਕੇ ਤੋੜਨਾ, ਸਰਕਾਰਾਂ ਸੂਬਿਆਂ ਦੀਆਂ 9 ਸੂਬਿਆਂ ਦੀਆਂ, ਇਹ ਕੋਈ ਚੰਗਾ ਰੁਝਾਨ ਨਹੀਂ ਸੀ, ਇਹ ਰੁਝਾਨ ਮਾੜਾ ਸੀ। ਤੇ ਇਸੇ ਤਰ੍ਹਾਂ ਹੋਣਾ ਹੈ ਜਿਹੜੀਆਂ ਖੇਤਰੀ ਪਾਰਟੀਆਂ ਦੀ ਆਪਾਂ ਜੇ ਗੱਲ ਕਰੀਏ, ਜਿਹੜੀ ਸਭ ਤੋਂ ਤਕੜੀ ਪਾਰਟੀ ਸੀ ਜਿਹਨੂੰ ਇਹ ਛੇਤੀ ਤੋੜ ਨਹੀਂ ਸਕਦੇ ਸੀ, ਤੇ ਉਹ ਕਿਉਂਕਿ ਜਿਹਦੇ ਕੋਲ ਕਾਰਡ ਵੀ ਇਹਨਾਂ ਦਾ ਹੀ ਸੀ, ਉਹਦੀ ਸੀ ਸ਼ਿਵ ਸੈਨਾ। ਉਹ ਉਦੋਂ ਠਾਕਰੇ ਨੂੰ ਇਹਨਾਂ ਨੇ ਐਨ ਭੰਨਤਾ ਇੱਕ ਕਿਸਮ ਦਾ। ਉਹਨੇ ਇਹਦੇ ਵਿੱਚ ਰਾਸ਼ਟਰਪਤੀ ਚੋਣ 'ਚ ਵੀ ਇਹਨਾਂ ਦੀ ਮਦਦ ਹੀ ਕਰੀ ਹੈ। ਉਹ ਹਰ ਗੱਲ ਤੇ ਇਹਨਾਂ ਦੇ ਨਾਲ ਹੈ, ਹਾਲਾਂਕਿ ਉਹਦੀ ਸਰਕਾਰ ਤੋੜਤੀ ਇਹਨਾਂ ਨੇ। ਜਿਹੜੀ ਮਮਤਾ ਬੈਨਰਜੀ, ਉਹਦਾ ਵੀ ਇਹ ਹਾਲ ਕਰਤਾ। ਬਲਕਿ ਮੈਂ ਕਹਾਂਗਾ ਇਸ ਪੱਖੋਂ ਨਿਤਿਸ਼ ਜ਼ਿਆਦਾ ਚਕੜਮਬਾਜ਼ ਕਹਿ ਲਓ, ਜੇ ਜ਼ਿਆਦਾ ਤਰੀਕਾਬਾਜ਼ ਹੈ ਵੀ ਉਹਨੂੰ ਗੱਲ ਸਮਝ ਆ ਜਾਂਦੀ ਹੈ ਵੀ ਹੁਣ ਕਿੱਥੇ ਹੈ। ਹੁਣ ਬੀਜੇਪੀ ਨੇ, ਕਿਉਂਕਿ ਬੀਜੇਪੀ ਕੋਲ 77 MLA ਤੇ ਨਿਤਿਸ਼ ਕੋਲ 45। ਸੋ ਨਿਤਿਸ਼ ਆਪਦੇ ਉਹਨਾਂ ਨਾਲ ਹੀ ਬੀਜੇਪੀ ਨੇ ਉਹਨੂੰ ਬਣਾਇਆ ਸੀ ਵੀ ਚੱਲ ਤੂੰ ਚੱਲੀ ਜਾ। ਹੁਣ ਬੀਜੇਪੀ ਨੂੰ ਹੋ ਗਿਆ ਸੀ ਵੀ ਆਪਾਂ ਇਹਨੂੰ ਵੀ ਤੋੜੋ। ਉਹਨੂੰ ਪਤਾ ਲੱਗ ਗਿਆ ਵੀ ਇਹ ਹੁਣ ਤੋੜ ਦੇਣਗੇ। ਉਹਨੇ ਚੱਕ ਦੂਜੇ ਪਾਸੇ, ਉਹਨਾਂ ਕੋਲ 89 ਨੇ RJD ਕੋਲੇ, ਫਿਰ ਕਾਂਗਰਸ ਵਾਲਿਆਂ ਕੋਲ ਵੀ 12 ਹੈਗੇ ਨੇ, 14 ਹੈਗੇ ਨੇ, ਫਿਰ ਇਹਨਾਂ ਕੋਲੇ ਜਿਹੜੇ CPML ਹੈ ਲਿਬਰੇਸ਼ਨ, ਉਹਨਾਂ ਕੋਲ ਵੀ ਹੈਗੇ ਨੇ 12। ਸੋ ਉਹਦੇ ਨਾਲ ਇੱਕ ਪੋਜ਼ੀਟਿਵ ਗੱਲ ਇਹ ਹੋਈ ਹੈ ਵੀ ਇਸ ਵਾਰੀ ਨਿਤਿਸ਼ ਨੇ ਨਹੀਂ ਸਿੱਧਾ ਤੋੜਿਆ, ਤੇਜਸਵੀ ਯਾਦਵ ਨੇ ਗੱਲ ਕਰੀ ਹੈ ਸਾਰਿਆਂ ਨਾਲ। ਇਹ ਤੋਂ ਪਤਾ ਲੱਗਦਾ ਹੈ ਵੀ ਉਹਨਾਂ ਦੀ ਆਪਸ ਵਿੱਚ ਕੋਈ ਪਹਿਲਾਂ ਮਾੜੀ ਮੋਟੀ ਗੱਲ ਹੋਈ, ਮਾੜੀ ਮੋਟੀ ਅੰਡਰਸਟੈਂਡਿੰਗ ਹੋਈ, ਤਾਂ ਹੀ ਉਹਨਾਂ ਨੇ ਗੱਲ ਕਰੀ ਹੈ। ਸਾਰਿਆਂ ਨੇ ਉਹਨੂੰ ਹਾਂ ਕਰੀ ਹੈ। ਇੱਕ ਗੱਲ ਹੋਰ ਹੈ, CPI CPM ਨੇ ਕਰੀ ਹੈ, CPML ਨੇ ਕਰੀ ਹੈ, ਕਾਂਗਰਸ ਨੇ ਹਾਂ ਕਰੀ ਹੈ, RJD ਤਾਂ ਖੁਦ ਹੈਗੀ ਨੇ। ਸੋ ਇਹ ਜਿਹੜਾ ਇੱਕ ਬਿਹਾਰ ਦੇ ਵਿੱਚ ਇੱਕ ਸਮੀਕਰਨ ਹੈ, ਇਹ ਮੈਨੂੰ ਕਾਫੀ ਚੰਗਾ ਲੱਗਦਾ, ਠੀਕ ਲੱਗਦਾ ਵੀ ਇਹ, ਚਾਹੇ ਉਹ ਗੇਮ ਨਿਤਿਸ਼ ਦੀ ਹੈ, ਗੇਮ 'ਚ ਪਾਲਾ ਵੀ ਮਾਰ ਗਿਆ ਉਹਦੇ 'ਚ ਫਾਇਦਾ ਇੱਕ ਹੈਗਾ ਵੀ ਜਿਹੜੀ ਬਿਹਾਰ ਦੀ BJP ਦੇ ਥੱਲੇ ਲੱਗ ਰਹੇ ਸੀ, BJP ਦਾ ਜਿਹੜਾ ਰੱਥ, ਅਗਨ ਰੱਥ ਵੱਧ ਰਿਹਾ ਸੀ, ਉਹਨੂੰ ਇਹਦੇ ਨਾਲ ਠੱਲ ਪੈ ਗਈ। ਅੱਜ ਦੇਸ਼ ਦੇ ਵਿੱਚ ਸਵਾਲ ਇਹ ਨਹੀਂ ਹੈ ਕਿ ਇਹਨੇ ਦਲ ਬਦਲਿਆ ਜੀ, ਇਹਨੇ ਆਹ ਕਰ ਲਿਆ ਜੀ, ਇਹਨੇ ਆਹ ਕਰ ਲਿਆ। ਅੱਜ ਦੇਸ਼ 'ਚ ਸਵਾਲ ਇਹ ਹੈ ਕਿ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ, ਦੇਸ਼ ਦੀ ਪ੍ਰਭੂਸੱਤਾ ਨੂੰ ਬਚਾਉਣਾ,
ਦੇਸ਼ ਦੇ ਸਰੋਤਾਂ ਨੂੰ ਬਚਾਉਣਾ, ਦੇਸ਼ ਦੀਆਂ ਸੰਸਥਾਵਾਂ ਨੂੰ ਬਚਾਉਣਾ, ਤੇ ਸੂਬੇ ਤੇ ਕੇਂਦਰ ਦੇ ਜਿਹੜੇ ਸੰਬੰਧ ਨੇ, ਜਿਨ੍ਹਾਂ 'ਚ ਕੇਂਦਰ ਹਰੇਕ ਗੱਲ ਦੇ ਉੱਤੇ ਕਬਜ਼ਾ ਕਰਦਾ ਜਾ ਰਿਹਾ ਹੈ। ਹਾਲਾਂਕਿ ਕੋਈ ਕਾਂਗਰਸ ਸਰਕਾਰਾਂ ਨੇ ਘੱਟ ਨਹੀਂ ਕਰਿਆ, ਕੇਂਦਰ 'ਚ ਉਹ ਵੀ ਕੇਂਦਰੀਕਰਨ 'ਤੇ ਲੱਗੀਆਂ ਹੋਈਆਂ ਸੀ, ਪਰ ਇਹ ਕੁਝ ਜ਼ਿਆਦਾ ਹੀ ਤੇਜ਼ੀ ਨਾਲ ਚੱਲ ਪਏ। ਸੋ ਇਹਨਾਂ ਸਾਰਿਆਂ ਨੂੰ ਜਿਹੜਾ ਠੱਲ ਪਾਉਣੀ ਪਊ। ਔਰ ਠੱਲ ਇੱਕ ਦਿਨ ਨਹੀਂ ਪੈਣੀ। ਜਿਵੇਂ ਕਹਿੰਦੇ ਹੁੰਦੇ ਨੇ ਵੀ ਬਿਮਾਰੀ ਆਉਂਦੀ ਤਾਂ ਘੋੜੇ ਦੀ ਚਾਲ ਹੈ ਤੇ ਜਾਂਦੀ ਕੀੜ ਦੀ ਚਾਲ ਹੈ। ਇਹ ਵੀ ਬਿਮਾਰੀ ਹੋਈ ਹੈ ਨਾ, ਵੀ ਤੁਸੀਂ ਕਬਜ਼ਾ ਕਰੀ ਜਾਂਦੇ ਹੋ। ਸੋ ਜਿਹੜਾ ਕੇਂਦਰ ਦਾ ਕਬਜ਼ਾ ਕਰਨ ਦੀ ਬਿਮਾਰੀ ਹੈ, ਇਹ ਆਈ ਤਾਂ ਘੋੜੇ ਦੀ ਚਾਲ ਹੈ, ਹੁਣ ਜਾਊਗੀ ਕੀੜ ਦੀ ਚਾਲ। ਪਰ ਕਦੀ ਕਦੀ ਇਹ ਹੁੰਦਾ ਛੜੱਪਾ ਵੀ ਮਾਰ ਜਾਂਦੀਆਂ ਨੇ ਬਿਮਾਰੀਆਂ। ਉਹ ਜੇ ਛੜੱਪਾ ਵੱਜ ਗਿਆ ਫਿਰ ਇੱਕ ਲੱਖਤੀ ਜਾਊਗੀ। ਸੋ ਇਹ ਚੰਗਾ ਪਾਸਾ ਹੈ, ਮੈਨੂੰ ਇਹ ਠੀਕ ਲੱਗਿਆ। ਇਹ ਦੇਸ਼ ਦੇ ਵਿਅਕਤੀਗਤ ਛੱਡ ਦਈਏ ਆਪਾਂ ਵੀ ਕੌਣ ਚੰਗਾ ਕੌਣ ਮਾੜਾ, ਕਿਸੇ ਪਾਰਟੀ ਨੂੰ ਵੀ ਛੱਡ ਦਈਏ, ਦੇਸ਼ ਦੇ ਟੋਟਲ ਭਵਿੱਖ ਵਾਸਤੇ। ਤੁਸੀਂ ਦੇਖੋ ਜਿਹੜੇ ਮਹਿਬੂਬਾ ਮੁਫਤੀ ਜੀ ਨੇ ਕਿਹਾ ਇਸੇ ਗੱਲ ਦੇ ਉੱਤੇ ਵੀ ਲੋਕ ਬੀਜੇਪੀ ਤੋਂ ਨਹੀਂ ਕੱਲੇ ਤੰਗ, ਬਲਕਿ ਜਿਹੜਾ ਇਹ ਕੇਂਦਰੀਕਰਨ ਕਰ ਰਹੇ ਨੇ, ਸੰਸਥਾਵਾਂ ਨੂੰ ਤੋੜ ਰਹੇ ਨੇ, ਇਹ ਤੋਂ ਹੋਰ ਵੀ ਜ਼ਿਆਦਾ ਤੰਗ ਨੇ। ਹੋਰ ਵੀ ਤੰਗ ਮਤਲਬ ਉਹਨੇ ਡਿਫਰੈਂਸ਼ੀਏਟ ਕਰਿਆ ਦੋ ਗੱਲਾਂ ਨੂੰ, ਵੀ ਬੀਜੇਪੀ ਦੇ ਕਮਿਊਨਲਿਜ਼ਮ ਤੋਂ ਹੋਰ ਤੋਂ ਤਾਂ ਤੰਗ ਹੈਗੇ ਨੇ, ਕਿਉਂਕਿ ਉਹ ਤਾਂ ਸਿੱਧੀ ਤੰਗ ਨੇ ਉਸ ਤੋਂ, ਹਿੰਦੂ ਮੁਸਲਮਾਨ ਵਾਲੇ ਝਗੜੇ ਚੋਂ। ਪਰ ਉਹਨੂੰ ਉਹਨੇ ਛੋਟਾ ਕਰਕੇ ਸਿਆਣਪ ਸੀ। ਇੱਕ ਸਿਆਸੀ ਲੀਡਰ ਦੀ ਸਿਆਣਪ ਹੁੰਦੀ ਹੈ, ਤਾਕਤ ਉੱਤੇ ਦੋਸ਼ ਨਾ ਲਾਉਣ ਵੀ ਇਹਨੇ ਤਾਂ ਸਾਡਾ ਵਿਰੋਧ ਕਰਨਾ ਹੀ ਸੀ। ਕੁਛ ਉਹਦੀ ਸਮਝ ਵੀ ਹੈ, ਕਿਉਂਕਿ ਉਹਦੇ ਗੱਲ ਕਹਿਣ 'ਚ ਢੰਗ 'ਚੋਂ ਪਤਾ ਲੱਗ ਜਾਂਦਾ ਹੈ ਵੀ ਇਹ ਬਹਾਨੇ ਨਾਲ ਕਹਿ ਰਿਹਾ, ਜਾਣ ਕੇ ਪੱਲਾ ਬਚਾ ਰਿਹਾ, ਜਾਂ ਸੱਚੀ ਮੁੱਚੀ ਕਹਿ ਰਿਹਾ। ਉਹ ਜਿਹੜਾ ਮਹਿਬੂਬਾ ਮੁਫਤੀ ਜੀ ਦਾ ਕਹਿਣ ਦਾ ਢੰਗ ਹੈ, ਉਹ ਬੜਾ ਸਟੀਕ ਹੈ। ਵੀ ਬਿਲਕੁਲ ਇਹ ਨਹੀਂ ਹੈ ਕਿ ਵੀ ਕੱਲੇ ਇਹਨਾਂ ਦੇ ਬੀਜੇਪੀ ਦੀਆਂ ਨੀਤੀਆਂ ਤੋਂ ਡਰਦੇ ਨੇ, ਉਹ ਡਰਦੇ ਇਸ ਗੱਲ ਤੋਂ ਨੇ, ਖਿਲਾਫ ਇਸ ਗੱਲ ਦੇ ਨੇ, ਬਲਕਿ ਡਰਦੇ ਨਹੀਂ, ਉਹਦੇ ਖਿਲਾਫ ਨੇ, ਉਹਦਾ ਵਿਰੋਧ ਕਰ ਰਹੇ ਨੇ। ਇਹ ਸ਼ਬਦ ਵੱਡਾ ਹੈ, ਡਰਨਾ ਹੋਰ ਚੀਜ਼ ਹੈ। ਉਹਦਾ ਵਿਰੋਧ ਕਰ ਰਹੇ ਨੇ। ਉਹ ਵਿਰੋਧ ਇਸ ਗੱਲ ਦਾ ਕਰ ਰਹੇ ਨੇ ਕਿ ਉਹ ਏਕਾਧਿਕਾਰ ਵੱਲ ਵੱਧ ਰਹੀ ਹੈ, ਉਹ ਸੂਬਿਆਂ ਨੂੰ ਜ਼ੀਰੋ ਕਰ ਰਹੀ ਹੈ, ਉਹ ਸੰਸਥਾਵਾਂ ਨੂੰ ਤੋੜ ਰਹੀ ਹੈ, ਤੇ ਉਹ ਬੀਜੇਪੀ ਮੁਕਤ ਆਪੋਜੀਸ਼ਨ ਮੁਕਤ ਭਾਰਤ ਬਣਾਉਣਾ ਚਾਹੁੰਦੀ ਹੈ। ਜਿਵੇਂ ਬੀਜੇਪੀ ਨੇ ਨਾਅਰਾ ਦਿੱਤਾ ਸੀ ਕਾਂਗਰਸ ਮੁਕਤ ਭਾਰਤ ਪਹਿਲਾਂ ਤਾਂ, ਤੇ ਹੁਣ ਬੀਜੇਪੀ ਨੇ ਨਾਅਰਾ ਕਾਂਗਰਸ ਮੁਕਤ ਨਹੀਂ ਕਰਦਾ, ਉਹ ਕਹਿੰਦੇ ਆਪੋਜੀਸ਼ਨ ਮੁਕਤ ਭਾਰਤ। ਸੋ ਇਸ ਕਰਕੇ ਉਹਦੇ ਵਿੱਚ ਤਾਂ ਇਹ ਹੈਗਾ ਹੀ ਹੈ। ਔਰ ਉਹਨਾਂ ਨੂੰ ਹੌਸਲਾ ਪੈ ਰਿਹਾ ਸੀ, ਨਿਤਿਸ਼ ਸਮੇਂ ਤੇ ਰਹਿ ਗਿਆ ਇਹ ਸਟੈਪ, ਉਹਨਾਂ ਨੂੰ ਹੌਸਲਾ ਪੈ ਰਿਹਾ ਸੀ, ਕਿਉਂਕਿ ਉਹਨਾਂ ਨੇ ਜਿੱਡੀ ਵੱਡੀ ਉਹ ਸਰਕਾਰ ਤੋੜਤੀ ਸੀ ਮਹਾਰਾਸ਼ਟਰ ਦੀ, ਉਦੋਂ ਬਾਅਦ ਤਾਂ ਇਹਨਾਂ ਨੂੰ ਐਂ ਹੋ ਗਿਆ ਵੀ ਆਪਾਂ ਜਿਹਨੂੰ ਮਰਜ਼ੀ ਕਰ ਸਕਦੇ ਹਾਂ, ਕਿਉਂਕਿ ਜਦ ਤੁਸੀਂ ਇੱਕ ਤਕੜੇ ਬੰਦੇ ਨੂੰ ਹੱਥ ਪਾ ਲਿਆ, ਉਹ ਫਿਰ ਤਾਂ ਦੂਜਿਆਂ ਨੂੰ ਤਾਂ ਜਦ ਮਰਜ਼ੀ ਪਾ ਲਓ। ਦੂਜਾ, ਇਹਨਾਂ ਨੇ ਜਿਹੜੀ ਰਾਸ਼ਟਰਪਤੀ ਜੀ ਦੀ ਤੇ ਉਪ ਰਾਸ਼ਟਰਪਤੀ ਜੀ ਦੀ ਜਿਹੜੀ ਚੋਣ ਹੋਈ ਹੈ, ਉਪ ਰਾਸ਼ਟਰਪਤੀ ਜੀ ਦੀ ਚੋਣ ਵੇਲੇ ਉਹ ਤ੍ਰਿਣਮੂਲ ਕਾਂਗਰਸ ਦੀ ਮੁਖੀ ਸ਼੍ਰੀਮਤੀ ਮਮਤਾ ਬੈਨਰਜੀ ਇਹ ਕਹਿ ਰਹੀ ਹੈ ਉਸ ਕੈਂਡੀਡੇਟ ਬਾਰੇ, ਵੋਟ ਪਾਉਣ ਬਾਰੇ, ਕਾਂਗਰਸ ਨੂੰ ਬਹਾਨਾ ਲਾ ਰਹੀ ਹੈ ਕਿ ਤੁਸੀਂ ਮੈਨੂੰ ਪੁੱਛਿਆ ਨਹੀਂ ਸੀ ਜਿਹੜੀ ਮਾਰਗਰਟ ਐਲਵਾ ਨੂੰ ਖੜਾ ਕਰਿਆ, ਤੇ ਪਾਉਂਦੀ ਕਿਹਨੂੰ ਵੋਟ, ਜਿਹੜਾ ਬਤੌਰ ਗਵਰਨਰ ਉਸੇ ਸੂਬੇ 'ਚ ਉਹਦੇ ਨਾਲ ਹਰ ਵਕਤ ਟੱਕਰ 'ਚ ਰਿਹਾ। ਇੱਥੋਂ ਪਤਾ ਲੱਗਦਾ ਵੀ ਤੁਸੀਂ ਕੰਪਰੋਮਾਈਜ਼ ਕਿੱਡੇ ਕਿੱਡੇ ਕਰਦੇ ਹੋ। ਇਹਦਾ ਮਤਲਬ ਨਾ ਤਾਂ ਤੁਹਾਡਾ ਪਾਰਟੀ ਨਾਲ ਕੋਈ ਝਗੜਾ ਹੈ, ਨਾ ਤੁਹਾਡਾ ਉਹਨਾਂ ਦੇ ਤੌਰ ਤਰੀਕਿਆਂ ਨਾਲ ਕੋਈ ਝਗੜਾ ਹੈ, ਤੁਹਾਡਾ ਝਗੜਾ ਤਾਂ ਕਿਤੇ ਹੋਰ ਹੀ ਹੈ। ਜੇ ਤੌਰ ਤਰੀਕਿਆਂ ਨਾਲ ਹੁੰਦਾ ਤਾਂ ਵੀ ਧਨਖੜ ਸਾਹਿਬ ਨੂੰ ਵੋਟ ਨਹੀਂ ਪੈਣੀ ਚਾਹੀਦੀ ਸੀ, ਤ੍ਰਿਣਮੂਲ ਕਾਂਗਰਸ ਦੀ ਘੱਟੋ ਘੱਟ। ਜੇ ਨੀਤੀਆਂ ਨਾਲ ਹੁੰਦਾ ਤਾਂ ਬੀਜੇਪੀ ਨੂੰ ਨਹੀਂ ਪੈਣੀ ਚਾਹੀਦੀ ਸੀ, ਬੀਜੇਪੀ ਦੇ ਕੈਂਡੀਡੇਟ ਨੂੰ ਨਹੀਂ ਪੈਣੀ ਚਾਹੀਦੀ ਸੀ। ਸੋ ਮਮਤਾ ਬੈਨਰਜੀ ਨੇ ਸਭ ਤੋਂ ਮਾੜਾ ਨਤੀਜਾ ਦਿਖਾਤਾ। ਇਸੇ ਕਰਕੇ ਇੱਥੇ ਜੇ ਤੁਸੀਂ ਦੇਖੋਗੇ ਮਮਤਾ ਬੈਨਰਜੀ ਦਾ ਬਹੁਤਾ ਨਾਂ ਨਹੀਂ ਆ ਰਿਹਾ, ਵੀ ਨਾਲ ਗੁਆਂਢੀ ਰਾਜ ਹੈ ਹਾਲਾਂਕਿ, ਨਹੀਂ ਤਾਂ ਉਹਨੂੰ ਵੀ ਪੁੱਛ ਲੈਂਦੇ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ, ਆਪੋਜੀਸ਼ਨ 'ਚ ਇਹ ਇੱਕ ਪੋਜ਼ੀਟਿਵ ਸੰਕੇਤ ਹੈ ਕਿ ਆਪੋਜੀਸ਼ਨ 'ਚ ਜਿਹੜੀਆਂ ਪਾਰਟੀਆਂ ਇੱਕ ਦੂਜੇ ਨਾਲ ਕੋਆਪਰੇਸ਼ਨ ਕਰਨ ਨੂੰ ਤੇ ਕਦੇ ਨਾ ਕਦੇ ਕਿਸੇ ਨਾ ਕਿਸੇ ਅਸੂਲਾਂ ਤੇ ਖੜੀਆਂ ਰਹੀਆਂ ਨੇ, ਜੋ ਮਰਜ਼ੀ ਹੋਵੇ। ਕਾਂਗਰਸੀ ਕੁਛ ਤਾਂ ਅਸੂਲਾਂ ਤੇ ਖੜੀ ਰਹੇ ਨੇ, ਆਰਜੇਡੀ ਕਿਸੇ ਤਾਂ ਅਸੂਲਾਂ ਤੇ ਖੜੀ ਰਹੀ ਹੈ, ਉਹਨੇ ਐਂ ਤਾਂ ਨਹੀਂ ਕਰਿਆ। ਪਾਰਟੀਆਂ, ਕਮਿਊਨਿਸਟ ਪਾਰਟੀਆਂ ਨੇ, ਉਹ ਕਿਸੇ ਨਾ ਕਿਸੇ ਅਸੂਲਾਂ ਤੇ ਤਾਂ ਖੜੀਆਂ ਹੀ ਰਹੀਆਂ ਨੇ। ਸੋ ਮੈਨੂੰ ਐਂ ਲੱਗਦਾ ਹੈ ਵੀ ਜਿਹੜੇ ਇਹ ਸਮਝਦੇ ਨੇ ਵੀ ਨਹੀਂ ਯਾਰ ਅਸੂਲਾਂ ਤੇ ਕੁਛ, ਐਂ ਨਹੀਂ ਮੈਂ ਕਹਿੰਦਾ ਉਹ ਸਾਰੇ ਅਸੂਲ ਹੀ ਅਸੂਲ ਚਲਾਉਂਦੇ ਨੇ, ਕੁਛ ਨਾ ਕੁਛ ਅਸੂਲਾਂ ਤੇ ਖੜੇ ਨੇ, ਮੌਕਾ ਦੇਖ ਕੇ ਨਹੀਂ ਸਾਰਾ ਕੁਛ ਹੀ ਕਰਿਆ। ਉਹ ਪਾਰਟੀਆਂ ਨੇ ਆਪਸ ਵਿੱਚ ਰਹਿ ਕਰਕੇ ਚੰਗਾ ਕਰਿਆ। ਡਾਕਟਰ ਸਾਹਿਬ, ਇੱਕ ਹੋਰ ਗੱਲ, ਤੁਸੀਂ ਜਿਵੇਂ ਮਹਿਬੂਬਾ ਮੁਫਤੀ ਦੀ ਗੱਲ ਕਰ ਰਹੇ ਸੀ, ਉਹ ਜ਼ਿਕਰ ਕਰਦੇ ਨੇ ਕਿਉਂਕਿ ਅੱਜ ਕੱਲ ਜਿਹੜਾ ਭਾਜਪਾ ਨੇ ਨਵਾਂ ਤਰੀਕਾ ਅਪਣਾਇਆ ਸਿਆਸਤ ਦਾ ਕਿ ਹਰ ਘਰ ਤਿਰੰਗਾ, ਹਰੇਕ ਨੂੰ ਤਿਰੰਗਾ ਵੇਚਿਆ ਜਾ ਰਿਹਾ,
ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਕਿ ਜਿਹੜੇ ਵਿਚਾਰੇ ਗਰੀਬ ਰਾਸ਼ਨ ਲੈਣ ਜਾਂਦੇ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ 20 30 ਰੁਪਏ ਦਿਓ, ਪਹਿਲਾਂ ਤਿਰੰਗਾ ਖਰੀਦੋ। ਕਹਿੰਦੇ ਅਸੀਂ ਤੇ ਰਾਸ਼ਨ ਜੋਗੇ ਪੈਸੇ ਮਸਾ ਇਕੱਠੇ ਕਰਕੇ ਲਿਆਏ ਆ। ਮਹਿਬੂਬਾ ਮੁਫਤੀ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਰਾਹ ਤੇ ਤੁਰੀ ਹੋਈ ਹੈ ਕੇਂਦਰੀ ਪਾਰਟੀ, ਇਹਨਾਂ ਨੇ ਇੱਕ ਨਾ ਇੱਕ ਦਿਨ ਤਿਰੰਗੇ ਦਾ ਵੀ ਰੰਗ ਬਦਲ ਦੇਣਾ ਹੈ। ਇਹ ਆਪਣੇ ਆਪ 'ਚ ਬਹੁਤ ਵੱਡਾ ਬਿਆਨ ਹੈ, ਕਿਉਂਕਿ ਇੱਕ ਪਾਸੇ ਤਿਰੰਗੇ ਦੀ ਗੱਲ ਚੱਲ ਰਹੀ ਆ, ਦੂਜੇ ਪਾਸੇ ਸੂਬਿਆਂ ਦੇ ਅਧਿਕਾਰਾਂ ਦੀ ਵੀ ਗੱਲ ਚੱਲ ਰਹੀ ਹੈ। ਬਿਲਕੁਲ ਠੀਕ ਕਿਹਾ ਜਿਹਨੇ ਕਿਹਾ, ਤੁਸੀਂ ਜੋ ਬਿਆਨ ਵੀ ਦਿੱਤਾ ਹੈ ਠੀਕ ਕਿਹਾ ਤੁਸੀਂ। ਮੈਂ ਇਹ ਸੁਣ ਰਿਹਾ ਸੀ, ਇੱਕ ਬੀਬੀ ਕਹਿੰਦੀ ਮੈਨੂੰ 5 ਕਿਲੋ, ਮੇਰੇ ਕੋਲ ਪੈਸੇ ਤਾਂ ਉਨੇ ਹੀ ਲੈ ਕੇ ਗਈ ਸੀ ਮੈਂ ਰਾਸ਼ਨ ਵਾਲੇ, ਉਹਨੇ ਮੇਰੇ 5 ਕਿਲੋ ਕੱਟ ਲਿਆ ਜਿਹੜਾ ਅਨਾਜ ਹੈ, ਝੰਡਾ ਫੜਾਤਾ। ਉਹਨੂੰ ਦੁਕਾਨਦਾਰ ਨੂੰ ਪੁੱਛਿਆ ਜਾ ਰਿਹਾ, ਉਹ ਕਹਿੰਦਾ ਮੈਂ ਕੀ ਕਰਾਂ, ਕਹਿੰਦਾ ਮੈਨੂੰ ਹੁਕਮ ਹੈ ਵੀ ਜਿਹੜਾ ਆਵੇ ਉਹਨੂੰ ਅਨਾਜ ਹੀ ਤਾਂ ਦੇਣਾ, ਨਹੀਂ ਤਾਂ ਦੇਣਾ ਹੀ ਨਹੀਂ। ਇਹ ਗੱਲ ਤਾਂ ਜਮਾਂ ਹੀ ਧੱਕੇਸ਼ਾਹੀ ਹੈ ਨਾ, ਇਦੋਂ ਵੱਡੀ ਧੱਕੇਸ਼ਾਹੀ ਕਦੀ ਵੀ ਨਹੀਂ ਹੋ ਸਕਦੀ। ਰੋਟੀ ਤਾਂ ਜੇਲ੍ਹ 'ਚ ਨਹੀਂ ਬੰਦ ਕਰੀ ਜਾ, ਜਿਹਨੂੰ ਸਵੇਰੇ ਫਾਂਸੀ ਲੱਗਣੀ ਹੈ ਉਹਦੀ ਵੀ ਰਾਤ ਨੂੰ ਰੋਟੀ ਨਹੀਂ ਬੰਦ ਕਰੀ ਜਾ ਸਕਦੀ। ਇਹਦਾ ਮਤਲਬ ਤੁਸੀਂ ਤਾਂ ਕਿਤੇ ਹੋਰ ਹੀ ਕੁਝ ਕਰਨ ਲੱਗੇ। ਐਡੀ ਵੱਡੀ ਧੱਕੇਸ਼ਾਹੀ ਜਿਹਨੂੰ ਕਹਿੰਦੇ ਜ਼ੁਲਮ ਸਾਈ ਦਾ, ਇਹ ਤਾਂ ਜ਼ੁਲਮ ਹੈ। ਐਡਾ ਜ਼ੁਲਮ ਕਰਿਆ ਜਾ ਰਿਹਾ ਹੈ, ਔਰ ਬਹੁਤ ਸਾਰੇ ਲੋਕ ਇਹਨੂੰ ਸਿਰਫ ਸਿਆਸਤ 'ਚ ਦੇਖ ਰਹੇ ਨੇ। ਬਹੁਤ ਸਾਰੇ ਲੋਕ ਇਸ ਨੂੰ ਸਿਰਫ ਵੀ ਫਿਰ ਕੀ ਹੋ ਗਿਆ ਇਹੋ ਜਿਹੀਆਂ ਗੱਲਾਂ 'ਚ ਦੇਖ ਰਹੇ ਨੇ। ਤੁਸੀਂ ਬੰਦੇ ਨੂੰ ਉਹਦਾ ਰਾਸ਼ਨ ਕੱਟ ਰਹੇ ਹੋ ਵੀ ਨਹੀਂ, ਝੰਡਾ ਤੈਨੂੰ ਲੈਣਾ ਹੀ ਪਊਗਾ, ਜੇ ਤੂੰ ਨਹੀਂ ਲੈਂਦਾ ਤੈਨੂੰ ਰਾਸ਼ਨ ਦੇਣਾ ਹੀ ਨਹੀਂ। ਇਦੋਂ ਵੱਡੀ ਧੱਕਾ ਹੋ ਸਕਦਾ? ਇਸ ਵਾਸਤੇ ਆਜ਼ਾਦੀ ਲਈ ਸੀ ਲੋਕਾਂ ਨੇ ਸ਼ਹੀਦੀਆਂ। ਹੁਣ ਜਿਹੜਾ ਮੁਫਤੀ ਮਹਿਮੂਦਾ ਮੁਫਤੀ ਜੀ ਨੇ ਕਿਹਾ, ਇਹ ਕੋਈ ਨਿਰਮੂਲ ਸ਼ੰਕਾ ਨਹੀਂ ਹੈ। ਕਿਹੜੀ ਚੀਜ਼ ਹੈ ਜਿਹੜੇ ਇਹਨਾਂ ਨੇ ਭਗਵਾਂ ਕਰ ਨਹੀਂ ਕਰਿਆ? ਹੁਣ ਜਿੱਥੇ ਦੇਖੋ ਸਾਰੇ ਇਹਨਾਂ ਦੀਆਂ ਸਟੇਜ, ਸਰਕਾਰੀ ਸਟੇਜਾਂ ਦੇ ਉੱਤੇ ਤਿਰੰਗਾ ਜ਼ਰੂਰ ਲੱਗਿਆ ਹੁੰਦਾ, ਪਰ ਸਟੇਜ ਤਾਂ ਭਗਵਾਂ ਹੀ ਹੁੰਦੀ ਹੈ। ਸੋ ਇਹਨਾਂ ਨੇ ਸਟੇਜਾਂ ਦਾ ਭਗਵਾਂਕਰਨ ਕਰਤਾ, ਸੰਸਥਾਵਾਂ ਦਾ ਭਗਵਾਂਕਰਨ ਕਰਤਾ, ਇਹਨਾਂ ਨੇ ਵਿਅਕਤੀਆਂ ਦਾ ਭਗਵਾਂਕਰਨ ਕਰਤਾ, ਇਹਨਾਂ ਨੇ ਸਿਆਸਤ ਦਾ ਭਗਵਾਂਕਰਨ ਕਰਤਾ। ਇਹ ਹੁਣ ਦੋ ਚੀਜ਼ਾਂ ਦਾ ਭਗਵਾਂਕਰਨ ਜੇ ਰਹਿ ਗਿਆ, ਇੱਕ ਸੰਵਿਧਾਨ ਦਾ, ਇੱਕ ਰਾਸ਼ਟਰੀ ਧਵਜ ਦਾ, ਫਲੈਗ ਦਾ, ਨੈਸ਼ਨਲ ਫਲੈਗ ਦਾ। ਠੀਕ ਹੈ, ਇਹ ਦੋਹਾਂ ਦਾ ਭਗਵਾਂਕਰਨ ਕਰਨਾ ਇਹਨਾਂ ਦੀ ਲੋੜ ਵੀ ਹੈ ਤੇ ਕਰਨਗੇ ਵੀ। ਕਿਉਂ? ਇਹ ਜਿਹੜਾ ਤਿਰੰਗਾ ਝੰਡਾ ਨਿਕਲਿਆ, ਇਹ ਕਾਂਗਰਸ ਦੇ ਅਜਲਾਸ 'ਚ ਨਿਕਲਿਆ ਸੀ। ਇਹ ਤਿਰੰਗਾ ਆਜ਼ਾਦੀ ਵੇਲੇ ਨਹੀਂ, ਮਤਲਬ ਉਦੋਂ ਫੈਸਲਾ ਹੋਇਆ ਜਾ ਕੇ, ਉਹ ਕਹਿ ਲਓ ਵੀ 20 ਸਾਲ ਬਾਅਦ, 18 ਸਾਲ ਬਾਅਦ ਉਹ ਲਾਗੂ ਹੋਇਆ ਕਿਸਮ ਦਾ। ਸੋ ਉਹ ਇਹ ਕਹਿੰਦੇ ਨੇ ਵੀ ਇਹ ਤਾਂ ਸਾਰਾ ਕੁਝ ਮਿਟਾ ਰਹੇ ਨੇ, ਆਜ਼ਾਦੀ ਦਾ, ਜਲਿਆਂਵਾਲੇ ਬਾਗ ਦਾ ਸਾਰਾ ਬਦਲਤਾ ਨਾ। ਜਾ ਕੇ ਦੇਖ ਲਓ, ਸਫਾਈ ਦੇ ਨਾਂ ਤੇ ਸੈਲੂਲਰ ਜੇਲ੍ਹ 'ਚ ਜਿੰਨੇ ਸਾਡੇ ਸ਼ਹੀਦ ਸੀਗੇ ਉੱਤੇ, ਉਹ ਸਾਰਿਆਂ ਦੇ ਨਾਮ ਕੱਟਦੇ ਵਿੱਚੋਂ। ਤੇ ਆਪਦਿਆਂ ਦੇ ਵੀਰ ਸਵਰਕਰ, ਜਿਹੜਾ ਕਿ ਮਾਫੀਆਂ ਮੰਗੀਆਂ ਜਿਹਨੇ, ਜਿਹਦਾ ਨਾਂ ਐਕਚੁਅਲੀ ਵਿਨਾਇਕ ਦਮੋਦਰ ਸਵਰਕਰ ਸੀ, ਉਹਨੂੰ ਵੀਰ ਸਵਰਕਰ ਕਿਹਾ, ਤੇ ਉਹ ਉੱਥੇ ਪਾਤਾ। ਇਤਿਹਾਸ ਦੀਆਂ ਕਿਤਾਬਾਂ 'ਚ ਉਹਨਾਂ ਦੇ ਨਾਮ ਪਾਤੇ, ਵੀਰ ਹਕੀਕਤ ਰਾਏ, ਵੀਰ ਸਵਰਕਰ, ਉਹ ਇਤਿਹਾਸ ਦੀਆਂ ਕਿਤਾਬਾਂ 'ਚ ਉਹਨਾਂ ਦੇ ਨਾਮ ਪਾਤੇ। ਔਰ ਉਸ ਤਰੀਕੇ ਨਾਲ ਸਿੱਖਾਂ ਦੇ ਇਤਿਹਾਸ ਦੇ ਵਿੱਚ ਪਾਠ ਪਾਤਾ, ਜਿਵੇਂ ਵੀ ਵੀਰ ਹਕੀਕਤ ਰਾਏ ਤਾਂ ਹੈ ਹੀ ਸਿੱਖ ਸੀ, ਉਹ ਤਾਂ ਸਿੱਖ ਸ਼ਹੀਦ ਹੈ। ਭਾਈ ਤਾਰੂ ਸਿੰਘ ਹੋਰਾਂ ਦੇ ਬਰਾਬਰ ਬਣਾਤਾ। ਜੇ ਸਾਰੇ ਸਿੱਖ ਇਤਿਹਾਸ ਨੂੰ ਬਦਲ ਸਕਦੇ ਨੇ, ਜਿਹਨੂੰ ਬਦਲਣਾ ਇੰਨਾ ਸੌਖਾ ਨਹੀਂ ਸੀ, ਉਹਨੂੰ ਬਦਲ ਸਕਦੇ ਨੇ। ਇਹ ਤਿਰੰਗੇ ਝੰਡੇ ਦਾ ਇਹ ਤਾਂ ਬਸ ਕਹਿੰਦੇ ਵੀ ਇਹ ਤਾਂ ਵਾਰੀ ਆਈ ਹੋਈ ਆ ਹੁਣ, ਪੜੋਸੀ ਕੋ ਜੋ ਹੁਆ ਆਪਣੇ ਤੂੰ ਆਪਣੇ ਵੀ ਜਾਣ, ਇਹ ਐਵੇਂ ਨਹੀਂ ਲਿਖਿਆ। ਇਹ ਬੜੇ ਤਲਖ ਸੀ। ਮੈਂ ਤਾਂ ਰੋਜ਼ ਜਦ ਮੈਂ ਗੁਰਬਾਣੀ ਦੇਖਦਾ, ਮੈਂ ਕਹਿੰਦਾ ਹਰ ਇੱਕ ਗੱਲ ਦਾ ਜਵਾਬ ਹੈ, ਹਰ ਚੀਜ਼ ਤੁਹਾਨੂੰ ਦੱਸਦੇ ਨੇ, ਬੋਲਣਾ ਕਿਵੇਂ ਹੈ, ਗੱਲ ਕਿਵੇਂ ਕਰਨੀ ਹੈ, ਰਾਜਾ ਕੀ ਕਰੂਗਾ, ਧੱਕਾ ਕਿਵੇਂ ਕਰਦੇ ਨੇ ਲੋਕਾਂ ਦਾ, ਵਿਤਕਰਾ ਕੀ ਹੈ, ਕਿਰਤ ਕੀ ਹੈ, ਹਰ ਚੀਜ਼ ਤੇ ਰਾਜੇ ਨਾਲ ਲੜਨਾ ਵੀ ਕਿਵੇਂ ਹੈ, ਅੱਖ 'ਚ ਅੱਖ ਪਾ ਕੇ ਵੀ ਕਿਵੇਂ ਕਹਿਣਾ। ਸੋ ਇਸ ਕਰਕੇ ਇਹ ਜਿਹੜਾ ਤੌਰ ਤਰੀਕਾ ਹੈ, ਮੈਨੂੰ ਐਂ ਲੱਗਦਾ ਹੈ ਵੀ ਉਹ ਮਹਿਬੂਬਾ ਮੁਫਤੀ ਜੀ ਨੇ ਗਲਤ ਨਹੀਂ ਕਿਹਾ। ਇਹ ਸੱਚੀ ਮੁੱਚੀ ਤਿਰੰਗੇ ਨੂੰ ਬਦਲਣਗੇ। ਤੁਸੀਂ ਦੇਖੋ ਸਿੱਖਾਂ ਦੇ ਵਿੱਚ ਜਿਹੜਾ ਨੀਲਾ ਨਿਸ਼ਾਨ ਸੀ, ਨੀਲੇ ਬਾਜਾਂ ਵਾਲਾ ਕਹਿੰਦੇ ਨੇ ਕਿ ਭਗਵੇਂ ਬਾਜਾਂ ਵਾਲਾ ਕਹਿੰਦੇ ਨੇ, ਜਾਂ ਕੇਸਰੀ ਬਾਜਾਂ ਵਾਲਾ? ਨੀਲੇ ਬਾਜਾਂ ਵਾਲਾ ਕਹਿੰਦੇ ਨੇ ਕਿ ਨਹੀਂ? ਜਿਹੜੀ ਖਾਲਸਾ ਫੌਜ ਜਿਹਨੂੰ ਨਿਹੰਗ ਕਹਿੰਦੇ ਆਪਾਂ, ਉਹ ਨੀਲਾ ਬਾਣਾ ਪਾਉਂਦੀ ਹੈ ਕਿ ਭਗਵਾਂ ਪਾਉਂਦੀ ਹੈ? ਕੇਸਰੀ ਜਿਹਨੂੰ ਕਹਿੰਦੇ ਨੇ। ਸੋ ਜੇ ਉਹ ਨੀਲੇ ਤੋਂ ਕੇਸਰੀ ਤੇ ਲੈ ਜਾਂਦਾ, ਜਿਹੜਾ ਨਿਸ਼ਾਨ ਹੈ, ਨੀਲੇ ਨਿਸ਼ਾਨ ਦੀ ਬਜਾਏ ਝੰਡੇ ਬੁੰਗੇ ਉਹ ਕੇਸਰੀ ਬਣਾ ਲਏ, ਇੱਥੇ ਤਾਂ ਸੌਖਾ ਹੀ ਕੰਮ ਹੈ। ਉਹ ਤਾਂ ਇੱਕ ਕੌਮ ਦਾ ਵੱਡਾ ਇਤਿਹਾਸ ਸੀ ਨਵੇਂ ਉਸਦਾ। ਇਹ ਤਾਂ ਆਜ਼ਾਦੀ ਦੀ ਲੜਾਈ ਤਾਂ ਸਾਰਿਆਂ ਦੀ ਯੋਗਦਾਨ ਸੀ। ਉਹ ਕਹਿਣਗੇ ਚਲੋ ਅਸੀਂ ਇਹ ਬਦਲਦੇ ਹਾਂ। ਸੋ ਇਸ ਕਰਕੇ ਤਿਰੰਗੇ ਝੰਡੇ ਦੇ ਬਾਰੇ ਉਹਨੂੰ ਇਹ ਬਦਲਣਗੇ, ਇਹ ਸੰਵਿਧਾਨ ਨੂੰ ਵੀ ਬਦਲਣਗੇ। ਕਈਆਂ ਨੇ ਤਾਂ ਮਨੂ ਸਿਮਰਤੀ ਵਰਗਾ ਸੰਵਿਧਾਨ ਲਿਖ ਕੇ
ਇਹ ਵੈਬਸਾਈਟ 'ਤੇ ਪਾ ਰੱਖਿਆ ਵੀ ਦੇਖ ਲਓ ਇਹ ਜਿਹੇ ਹੋਣਗੇ, ਕਿਉਂਕਿ ਇਹਨਾਂ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਤਾਂ ਮਨੂ ਸਿਮਰਤੀ 'ਤੇ ਚੱਲਣਾ। ਆਪਾਂ ਇੱਕ ਗੱਲ ਸਮਝੀ ਵੀ ਇਹਨਾਂ ਦੀ ਲੋੜ ਕੀ ਹੈ। ਲੋੜ ਇਹਨਾਂ ਦੀ ਇਹ ਹੈ ਕਿ ਜਿਹੜਾ ਦੇਸ਼ ਆਜ਼ਾਦ ਹੋਇਆ ਕੋਈ ਆਜ਼ਾਦੀ ਨਹੀਂ ਸੀ, ਅੰਗਰੇਜ਼ ਠੀਕ ਸੀਗੇ ਇੱਕ ਤਾਂ। ਕਿਉਂ? ਕਿਉਂਕਿ ਉਹ ਕਹਿੰਦੇ ਸੀ ਵੀ ਹਿੰਦੂਆਂ ਤੇ ਮੁਸਲਮਾਨਾਂ ਨੂੰ ਪਾੜ ਕੇ ਰੱਖੋ, ਇੱਕ ਦੂਜੇ ਨਾਲ ਇਹ ਕੱਟ ਵੱਢ ਕੇ ਰਹਿਣ। ਤੇ ਜਿਹੜਾ ਇਹ ਕਹਿੰਦਾ ਵੀ ਕੱਟ ਵੱਢ ਕੇ ਨਾ ਰਹਿਣ, ਜਿਹੜਾ ਇਹ ਕਹਿੰਦਾ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ 'ਤੇ ਹਮਲੇ ਨਾ ਹੋਣ, ਆਪਸ ਵਿੱਚ ਲੜਨ ਨਾ, ਜਿਹੜਾ ਇਹ ਕਹਿੰਦਾ ਵੀ ਨਹੀਂ ਸਾਰੇ ਬਰਾਬਰ ਨੇ, ਤੁਸੀਂ ਕਿਸੇ ਨੂੰ ਸ਼ੈਡਿਊਲਡ ਕਾਸਟ, ਤੁਸੀਂ ਕਿਸੇ ਨੂੰ ਜਾਤੀ ਸੂਚਕ ਸ਼ਬਦ ਨਹੀਂ ਵਰਤ ਸਕਦੇ, ਤੁਸੀਂ ਉਹ ਤੋਂ ਪਾਣੀ ਲੈਣੋਂ ਨਾ ਨਹੀਂ ਕਰ ਸਕਦੇ, ਦਫ਼ਤਰ 'ਚ ਬਰਾਬਰਤਾ ਨੇ ਤੁਸੀਂ ਦਿੰਦੇ ਹੋ, ਉਹ ਤੋਂ ਤਾਂ ਇਹ ਦੁਖੀ ਨੇ। ਇਹ ਕਹਿੰਦੇ ਸਾਰੀ ਗੜਬੜ ਹੈ ਇਹ, ਕਿਉਂਕਿ ਲੜਾਉਣਾ ਜ਼ਰੂਰੀ ਹੈ। ਸੋ ਜਿਨ੍ਹਾਂ ਦਾ ਸਿਧਾਂਤ ਲੜਾਉਣਾ ਹੈ, ਜਿਨ੍ਹਾਂ ਦਾ ਸਿਧਾਂਤ ਵਿਤਕਰੇ ਪੈਦਾ ਕਰਨਾ ਹੈ, ਜਿਨ੍ਹਾਂ ਦਾ ਸਿਧਾਂਤ ਇਹ ਕਹਿੰਦਾ ਹੈ ਕਿ ਜਿਹੜੀ ਸਜ਼ਾ, ਸਾਡਾ ਸੰਵਿਧਾਨ, ਕਿਉਂ ਮੈਂ ਕਹਿਣਾ ਇਹ ਬਦਲਣਗੇ। ਝੰਡਾ ਕੀ ਪ੍ਰਤੀਕ ਹੈ? ਝੰਡਾ ਪ੍ਰਤੀਕ ਹੈ ਸਾਡੀ ਨੇਸ਼ਨ ਦਾ, ਸਾਡੇ ਰਾਸ਼ਟਰ ਦਾ। ਸਾਡੇ ਰਾਸ਼ਟਰ ਦਾ ਜਿਹਨੂੰ ਆਇਨ ਕਹਿੰਦੇ ਨੇ ਉਰਦੂ ਵਾਲੇ, ਜਾਂ ਜਿਹਨੂੰ ਆਪਾਂ ਕਹਿੰਦੇ ਉਸੂਲ ਦੀ ਕਿਤਾਬ, ਉਹ ਕਿਹੜੀ ਹੈ? ਸੰਵਿਧਾਨ। ਸੰਵਿਧਾਨ ਸਾਡਾ ਇਹ ਕਹਿੰਦਾ ਹੈ ਕਿ ਤੁਸੀਂ ਧਰਮ ਦੇ ਨਾਂ 'ਤੇ ਵਿਤਕਰਾ ਨਹੀਂ ਕਰਨਾ, ਤੁਸੀਂ ਜਾਤ ਦੇ ਨਾਂ 'ਤੇ ਵਿਤਕਰਾ ਨਹੀਂ ਕਰਨਾ। ਸੰਵਿਧਾਨ ਇਹ ਕਹਿੰਦਾ ਹੈ ਵੀ ਜੇ ਇੱਕੋ ਕਸੂਰ ਕਰਿਆ ਕਿਸੇ ਨੇ, ਉਹ ਜਿਹੜੀ ਮਰਜ਼ੀ ਜਾਤ ਦਾ ਹੋਵੇ, ਜਿਹੜੇ ਮਰਜ਼ੀ ਧਰਮ ਦਾ ਹੋਵੇ, ਜਿਹੜੇ ਮਰਜ਼ੀ ਉਹ ਬੋਲੀ ਬੋਲਦਾ ਹੋਵੇ, ਸਜ਼ਾ ਉਹਨੂੰ ਉਹੀ ਮਿਲੂਗੀ, ਉਹਨਾਂ ਹੀ ਧਾਰਾਵਾਂ ਦੇ ਥੱਲੇ ਉਹਦਾ ਮੁਕੱਦਮਾ ਚੱਲੂਗਾ। ਇਹ ਨਹੀਂ ਹੋ ਸਕਦਾ ਵੀ ਕਿਸੇ ਨੇ ਲੱਤ ਵੱਢ ਲਈ, ਉਹ ਕਹਿੰਦੇ ਜੇ ਤਾਂ ਦਲਿਤ ਨੇ ਵੱਢੀ ਉਹਨੂੰ ਤਾਂ ਫਾਂਸੀ ਲਾ ਦਿਓ, ਤੇ ਜੇ ਪੰਡਿਤ ਨੇ ਉਹਦੀ ਲੱਤ ਵਧੀਆ ਬ੍ਰਾਹਮਣ ਨੇ ਤੇ ਫਿਰ ਉਹਨੂੰ ਇੱਕ ਦਿਨ ਦਾ ਵਰਤ ਰੱਖਣ ਨੂੰ ਕਹਿ ਦਿਓ। ਇਹ ਨਹੀਂ ਹੈ। ਸੰਵਿਧਾਨ ਕਹਿੰਦਾ ਕਾਨੂੰਨ। ਅੱਛਾ, ਸਾਡਾ ਸੰਵਿਧਾਨ ਉਦੋਂ ਵੀ ਉੱਤੇ ਜਾਂਦਾ ਹੈ। ਸਾਡਾ ਸੰਵਿਧਾਨ ਦੇ ਵਿੱਚ ਇੱਕ ਲਾਈਨ ਤਾਂ ਕੋਈ ਅੱਤਕਥ ਨਹੀਂ ਕਹਿ ਸਕਦਾ, ਸੱਚੀ ਮੁੱਚੀ ਬਾਬੇ ਨਾਨਕ ਨੇ ਜੋ ਕਿਹਾ ਹੈ, ਜੋ ਗੁਰੂ ਗ੍ਰੰਥ ਸਾਹਿਬ 'ਚ ਹੈ, ਜੋ ਕਬੀਰ ਸਾਹਿਬ ਨੇ ਕਿਹਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ, ਉਹ ਉਹੀ ਜਿਹਾ ਇੱਕ ਸਿਧਾਂਤ ਵੀ ਹੈਗਾ। ਕਿਸੇ ਕੋਈ ਬਹੁਤਾ ਧਿਆਨ ਨਹੀਂ ਦਿੰਦਾ। ਤੇ ਉਹ ਜਿਹੜਾ ਹੈਗਾ ਕਿ ਸਾਰੇ ਬਰਾਬਰ ਕਾਨੂੰਨ ਦੇ ਸਾਹਮਣੇ, ਉਹਦੇ 'ਚ ਲਿਖਿਆ ਕੀ ਹੈ? ਬਾਕੀ ਜਗ੍ਹਾ ਤੇ ਲਿਖਿਆ ਹੈ ਆਲ ਸਿਟੀਜ਼ਨਸ, ਉੱਤੇ ਲਿਖਿਆ ਹੈ ਆਲ ਪਰਸਨਸ ਆਰ ਇਕੁਅਲ ਬਿਫੋਰ ਲਾ। ਆਲ ਪਰਸਨਸ ਦਾ ਮਤਲਬ ਕੀ ਹੈ? ਵੀ ਉਹ ਸਾਡਾ ਨਾਗਰਿਕ ਹੋਵੇ ਜਾਂ ਨਾ ਹੋਵੇ, ਸਾਡੇ ਵਾਸਤੇ ਕਾਨੂੰਨ ਦੇ ਵਿੱਚ ਜੇ ਇੱਥੇ ਸੈਰ ਕਰਨ ਆ ਗਿਆ, ਵੈਸੇ ਆ ਗਿਆ, ਇੱਥੇ ਸਜ਼ਾ ਯਾਫਤਾ ਵੀ ਹੈ ਚਾਹੇ, ਉਹ ਸਾਰੇ ਬਰਾਬਰ ਨੇ ਕਾਨੂੰਨ ਦੇ ਮੁਕਾਬਲੇ। ਇਹ ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ, ਕਾਨੂੰਨ 'ਚ ਇੱਕ ਲਾਈਨ ਜ਼ਰੂਰ ਹੈ ਇਹਦੀ, ਹਾਲਾਂਕਿ ਉਹ ਤਾਂ ਬਹੁਤ ਵੱਡਾ ਆਸ਼ਾ, ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ, ਉਹ ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨ ਦੱਸੇ ਬਾਹਰਾ ਜੀਓ, ਅਬ ਲੋ ਇੱਕ ਨੂਰ, ਉਹ ਤਾਂ ਵੱਖਰਾ ਹੀ। ਪਰ ਇਹ ਕਹਿੰਦੇ ਅਸੀਂ ਇਹ ਨਹੀਂ ਮੰਨਣਾ। ਜਿਹੜਾ ਸਾਡੀ ਸਮੱਸਿਆ ਕਿੱਥੇ ਹੈ? ਇਹ ਕਹਿੰਦੇ ਨਾ ਨਾ ਨਾ, ਬਰਾਬਰ ਕਿਵੇਂ ਹੋ ਗਏ? ਇਹ ਤਾਂ ਕਹਿੰਦੇ ਰੱਬ ਨੇ ਬਰਾਬਰ ਨਹੀਂ ਬਣਾਏ, ਤੁਸੀਂ ਕੌਣ ਇਹਨੂੰ ਬਰਾਬਰ ਬਣਾਉਣ ਵਾਲੇ? ਇਹ ਤਾਂ ਪਹਿਲਾਂ ਚੋਂ ਜੰਮੇ ਨੇ, ਇਹ ਤਾਂ ਅਤੀ ਸ਼ੂਦਰ ਨੇ। ਜਿਹੜਾ ਕਿਰਤੀ ਹੈ ਉਹਨੂੰ ਅਤੀ ਸ਼ੂਦਰ ਕਹਿੰਦੀ ਹੈ ਮਨੂ ਸਿਮਰਤੀ। ਜਿਹੜਾ ਗੰਦ ਢੋਂਦਾ ਹੈ, ਸੌਰੀ, ਜਿਹੜਾ ਗੰਦ ਢੋਂਦਾ ਹੈ, ਜਮੇ ਹੀ ਥੱਲੇ ਵਾਲੇ ਕੰਮ ਕਰਦਾ ਹੈ, ਉਹਨੂੰ ਅਤੀ ਸ਼ੂਦਰ ਕਹਿਤਾ, ਦੂਜੇ ਨੂੰ ਸ਼ੂਦਰ ਕਹਿਤਾ। ਇਸੇ ਕਰਕੇ ਬਾਬੇ ਨਾਨਕ ਨੇ ਕਿਹਾ ਸੀ, ਕਈ ਵਾਰੀ ਜਿਹੜੇ ਸਿੱਖ ਵੀ ਪਾਠ ਕਰਦੇ ਨਾ, ਉਹਨੂੰ ਬਾਬੇ ਨਾਨਕ ਕੀ ਕਹਾ, ਨੀਚਾਂ ਅੰਦਰ ਨੀਚ ਜਾਤ, ਸ਼ੂਦਰ ਨੂੰ ਤਾਂ ਨੀਚ ਜਾਤ ਕਹਿਤਾ। ਉਦੋਂ ਅੱਗੇ ਕਿਹਾ ਨੀਚੀ ਹੂੰ ਅਤ ਨੀਚ। ਅਤ ਨੀਚ ਜਿਹੜਾ ਉਹ ਅਤੀ ਸ਼ੂਦਰ, ਜਿਹੜਾ ਡਾਕਟਰ ਅੰਬੇਦਕਰ ਸਾਹਿਬ ਨੇ ਕਿਹਾ ਨਾ ਵੀ ਅਤੀ ਸ਼ੂਦਰ, ਉਹ ਅਤੀ ਸ਼ੂਦਰ ਬਾਬਾ ਨਾਨਕ ਕਹਿ ਗਿਆ ਸੀ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਉਹ ਅਤ ਨੀਚ ਅਤੀ ਸ਼ੂਦਰ ਹੈ। ਸੋ ਅਤੀ ਸ਼ੂਦਰ ਜਿਹੜੇ ਨੇ ਉਹ ਵੀ ਬਰਾਬਰ ਨੇ। ਔਰ ਗੁਰੂ ਸਾਹਿਬ ਕਹਿੰਦੇ ਨੇ ਮੈਂ ਉਹ ਹਾਂ, ਗੁਰੂ ਸਾਹਿਬ ਕਹਿੰਦੇ ਨੇ ਮੈਂ ਭਾਈ ਲਾਲੋ ਹਾਂ, ਮੈਂ ਮਲਕ ਭਾਗੋ ਨਹੀਂ, ਮੈਂ ਉਹਦੀ ਖੀਰ ਨਹੀਂ ਖਾਣੀ। ਬਾਬਾ ਫਰੀਦ ਕਹਿੰਦਾ ਰੋਟੀ ਮੇਰੀ ਕਾਠ ਕੀ ਲਾਵਣ, ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਹਿੰਦੇ। ਸੋ ਇਸ ਕਰਕੇ ਇਹ ਬਦਲਣਗੇ, ਇਹ ਕੋਈ ਸ਼ੱਕ ਨਹੀਂ ਹੈ। ਇਹ ਮਨੂ ਸਿਮਰਤੀ ਦਾ ਰਾਜ ਕਰਨਾ ਚਾਹੁੰਦੇ। ਮੈਂ ਮੁਫਤੀ ਦੀ ਗੱਲ ਜੀ ਦੀ ਗੱਲ ਇਹ ਠੀਕ ਹੈ। ਆਪਾਂ ਨੂੰ ਸਾਰਿਆਂ ਨੂੰ, ਜਿੰਨੇ ਵੀ ਅਸੀਂ ਦੇਸ਼ ਨੂੰ ਪਿਆਰ ਕਰਦੇ ਹਾਂ, ਮਨੁੱਖਤਾ ਨੂੰ ਪਿਆਰ ਕਰਦੇ ਹਾਂ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿੱਥੇ ਵੀ ਇਹੋ ਜਿਹੀਆਂ ਗੱਲਾਂ ਮਨੁੱਖਤਾ ਦੀ ਵਿਤਕਰਾ ਦੀਆਂ ਹੋਣ, ਚਾਹੇ ਉਹ ਝੰਡੇ ਦੇ ਨਾਂ 'ਤੇ ਹੋਣ, ਚਾਹੇ ਉਹ ਡੰਡੇ ਦੇ ਨਾਂ 'ਤੇ ਹੋਣ, ਚਾਹੇ ਉਹ ਅਧਿਕਾਰਾਂ ਦੇ ਨਾਂ 'ਤੇ ਹੋਣ, ਚਾਹੇ ਸਿਹਤ ਸਿੱਖਿਆ ਦੇ ਨਾਂ 'ਤੇ ਹੋਣ, ਚਾਹੇ ਧਰਮ ਦੇ ਨਾਂ 'ਤੇ ਹੋਣ, ਉਹਨਾਂ ਦਾ ਵਿਰੋਧ ਕਰੀਏ। ਜੀ ਡਾਕਟਰ ਸਾਹਿਬ, ਮੈਂ ਇੱਕ ਹੋਰ ਬਿਆਨ ਤੁਹਾਡੇ ਧਿਆਨ 'ਚ ਲਿਆਉਣਾ। ਅਖਿਲੇਸ਼ ਯਾਦਵ ਦੀ ਗੱਲ ਕਹਿੰਦੇ ਨੇ, ਤਕਰੀਬਨ ਜਿੰਨੇ ਵੀ ਕੌਮੀ ਲੀਡਰ ਨੇ ਉਹ ਭਾਜਪਾ ਨੂੰ ਲੈ ਕੇ ਇਸ ਤਰ੍ਹਾਂ ਦੀ ਮਤਲਬ ਕਿ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਕਿ ਜੇ ਇਹਨਾਂ ਦੀ ਤਾਕਤ ਵੱਧ ਗਈ, ਭਾਜਪਾ ਦੀ ਤਾਕਤ ਵੱਧ ਗਈ, 2024 ਦੇ ਵਿੱਚ ਫੇਰ ਆਉਂਦੇ ਨੇ
ਤਾਂ ਇਹ ਹੌਲੀ ਹੌਲੀ ਤੁਹਾਡਾ ਵੋਟ ਪਾਉਣ ਦਾ ਅਧਿਕਾਰ ਵੀ ਖੋਹ ਲੈਣਗੇ ਤੁਹਾਡੇ ਕੋਲੋਂ। ਤੁਸੀਂ ਸੰਵਿਧਾਨ ਦੀ ਵੀ ਗੱਲ ਕੀਤੀ, ਵੋਟ ਪਾਉਣ ਦਾ ਅਧਿਕਾਰ ਵੀ ਚਲਾ ਜਾਣਾ, ਫਿਰ ਤਾਨਾਸ਼ਾਹੀ ਰਾਜ ਆ ਜਾਣਾ। ਉਹ ਤਾਂ ਗੱਲ ਠੀਕ ਕਹਿੰਦੇ ਨੇ, ਆਰਐਸਐਸ ਚ ਕੋਈ ਵੋਟਿੰਗ ਥੋੜਾ ਹੁੰਦੀ ਹੈ, ਕੱਲਾ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਖੋਣਾ। ਮਤਲਬ ਉੱਤੋਂ ਜੋ ਕਹਿਤਾ ਬਿਨਾ ਕੋਈ ਇਤਰਾਜ਼ ਕਰੇ, ਕੋਈ ਇਤਰਾਜ਼ ਵੀ ਨਹੀਂ ਕਰਨਾ, ਕੋਈ ਸਵਾਲ ਵੀ ਨਹੀਂ ਪੁੱਛਣਾ। ਜੇ ਉੱਤੋਂ ਕਹਿਤਾ ਸਵੇਰੇ 7 ਵਜੇ ਸੂਰਜ ਨੂੰ ਨਮਸਕਾਰ ਕਰਨੀ ਹੈ, 7 ਵਜੇ ਕਰਨੀ ਹੈ, ਕਿਸੇ ਨੇ ਨਹੀਂ ਪੁੱਛਣਾ ਕਿਉਂ ਕਰਨੀ ਹੈ। ਮੋਦੀ ਸਾਹਿਬ ਨੇ ਟਰਾਈ ਕਰਕੇ ਦੇਖ ਲਿਆ, 9 ਵਜੇ 9 ਮਿੰਟ ਵਾਸਤੇ ਤੁਸੀਂ ਘੰਟੀਆਂ ਖੜਕਾਓਗੇ, ਮੋਮਬੱਤੀਆਂ ਬੰਦ ਕਰੋਗੇ, ਬਿਜਲੀਆਂ ਬੰਦ ਕਰੋਗੇ, ਕਿਹਾ ਸੀ ਨਾ। ਉਹਨਾਂ ਨੇ ਟਰਾਈ ਕਰਕੇ ਦੇਖ ਲਿਆ, ਐ ਨਹੀਂ ਹੈ ਵੀ ਥਾਲੀਆਂ ਖੜਕਾਓਗੇ। ਸੋ ਇਹ ਉਹਨਾਂ ਨੇ ਇਹ ਜਿਹੜਾ ਉੱਤੋਂ ਹੁਕਮ ਵੀ ਕੁਐਸਚਨ ਕਿਸੇ ਨੇ ਕਰਿਆ ਵੀ ਯਾਰ ਇਹਨਾਂ ਕਰੋਨਾ ਕਿਵੇਂ ਬਣ ਕੇ ਕਹਿਣ ਲੱਗੇ ਥਾਲੀ ਦੀ ਆਵਾਜ਼ ਨਾਲ ਜਾਊਗਾ ਜੀ ਕਰੋਨਾ, ਕਰਿਆ ਕਿਸੇ ਨੇ ਸਵਾਲ? ਤੁਸੀਂ ਦੱਸ ਦਿਓ ਜੇ ਕਰਿਆ। ਔਰ ਵੱਡੇ ਵੱਡੇ ਅਫਸਰ ਥਾਲੀਆਂ ਖੜਕਾ ਰਹੇ ਸੀ, ਗਲੀਆਂ 'ਚ ਜਾ ਰਹੇ ਸੀ। ਸੋ ਉਹ ਕੀ ਸੀ? ਉਹ ਇਹੀ ਸੀ ਵੀ ਤੁਹਾਨੂੰ ਸੋਚਣ ਦਾ, ਤੁਹਾਨੂੰ ਪੁੱਛਣ ਦਾ, ਤੁਹਾਨੂੰ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ। ਔਰ ਉਹ ਅਧਿਕਾਰ ਖਤਮ ਕਿਵੇਂ ਕਰਿਆ ਸੀ? ਪੈਂਡੈਮਿਕ ਐਕਟ ਲਾ ਕੇ, ਐਪੀਡੈਮਿਕ ਐਕਟ ਦੇ ਅੰਡਰ ਵੀ ਕੋਈ ਬੋਲ ਨਹੀਂ ਸਕਦਾ ਸਰਕਾਰ ਦੀਆਂ ਨੀਤੀਆਂ ਤੇ ਜਿਹੜਾ ਕੁਛ ਉਹ ਕਰੋਨਾ ਨੂੰ ਰੋਕਣ ਵਾਸਤੇ ਕਰੇ। ਉਹ ਗੱਲ ਵੱਖਰੀ ਆ ਵੀ ਅੰਦਰ ਨਹੀਂ ਕਰੇ ਲੋਕ ਜਿਹੜੇ ਵਿਰੁੱਧ ਬੋਲਦੇ ਰਹੇ, ਨਹੀਂ ਤਾਂ ਅੰਦਰ ਵੀ ਕਰ ਸਕਦੇ ਟੈਕਨੀਕਲੀ। ਤਾਂ ਜਿਨ੍ਹਾਂ ਨੇ ਗੋਹਾ ਮਾਰਨ ਦਾ ਵਿਰੋਧ ਕਰਿਆ, ਜਿਨ੍ਹਾਂ ਨੇ ਕਲਸ਼ ਯਾਤਰਾ ਦਾ ਵਿਰੋਧ ਕਰਿਆ, ਜਿਨ੍ਹਾਂ ਨੇ ਥਾਲੀਆਂ ਖੜਕਾਉਣ ਦਾ ਵਿਰੋਧ ਕਰਿਆ, ਜਿਨ੍ਹਾਂ ਨੇ ਹਨੇਰਾ ਕਰਨ ਦਾ ਵਿਰੋਧ ਕਰਿਆ, ਉਹ ਉਹਨਾਂ ਨੂੰ ਅੰਦਰ ਕਰ ਸਕਦੇ ਸੀ ਇਹ ਕਾਨੂੰਨ। ਸੋ ਇਸ ਕਰਕੇ ਆਪਾਂ ਨੂੰ ਇਹ ਗੱਲ ਮੰਨਣੀ ਪਊਗੀ ਵੀ ਇਹ ਉਹ ਟਰਾਈ ਕਰ ਰਹੇ ਨੇ ਹਰ ਵਕਤ, ਕੋਈ ਇੱਕ ਦਿਨ ਥੋੜਾ। ਇਹਨਾਂ ਦੇ ਤਾਂ ਉੱਤੋਂ ਆਉਂਦੀ ਹੈ, ਇਹ ਇੱਕ ਟ੍ਰੇਨਿੰਗ ਦਿੰਦੇ ਨੇ ਸੁਖਿੰਦਰ ਜੀ। ਉਹ ਟ੍ਰੇਨਿੰਗ ਕੀ ਹੈ? ਸ਼ਾਖਾ ਦੇ ਵਿੱਚ ਖੜੇ ਨੇ ਬੰਦੇ, ਇੱਕ ਦੇ ਕੰਨ 'ਚ ਕੋਈ ਕੁਛ ਆ ਕੇ ਕਹਿ ਜਾਂਦਾ, ਇਹਨਾਂ ਦਾ ਜਿਹੜਾ ਲੀਡਰ ਸ਼ਾਖਾ ਦਾ ਹੁੰਦਾ, ਉਹਨੇ ਗਾਹਾਂ ਦੂਜੇ ਨੂੰ ਕਹਿਣੀ ਹੈ, ਤੀਜੇ ਨੂੰ ਕਹਿਣੀ ਹੈ। ਆਖਰਕਾਰ ਜਿਹੜੇ ਬੰਦੇ ਨੇ ਜਾ ਕੇ ਉਹ ਲੀਡਰ ਦੇ ਕੰਨ 'ਚ ਕਹਿਣੀ ਹੈ, ਆਖਰੀ ਬੰਦੇ ਨੇ ਉਹੀ ਗੱਲ ਇਨ ਬਿਨ ਉਹਦੇ ਕੰਨ 'ਚ ਪਹੁੰਚਣੀ ਚਾਹੀਦੀ ਹੈ। ਇਹਦਾ ਮਤਲਬ ਹੈ ਵੀ ਅਫਵਾਹ ਫੈਲਾਉਣ ਦਾ ਤਰੀਕਾ, ਵੀ ਜੋ ਉੱਤੋਂ ਕਹਿਤਾ ਉਹ ਥੱਲੇ ਤੱਕ ਗੱਲ ਆਪਾਂ ਦੇਖਿਆ ਨਹੀਂ, ਇੱਕ ਦਿਨ ਇੱਕ ਗੱਲ ਕਰਨ ਘੁੰਮ ਜਾਂਦੀ ਆ ਉਹ ਜੰਗਲ ਦੀ ਅੱਗ ਦੀ ਤਰ੍ਹਾਂ। ਦੂਜਾ ਇਹ ਹੈ ਉੱਤੇ ਜੋ ਕਹਿਤਾ ਉਹਦਾ ਸਵਾਲ ਨਹੀਂ ਕਰਨਾ, ਸੱਤ ਵਚਨ ਬਸ। ਹੁਣ ਜਦ ਸਵਾਲ ਕਰਨਾ ਬੰਦ ਕਰਤਾ, ਜਿੱਥੇ ਤੁਸੀਂ ਸਵਾਲ ਕਰ ਲਿਆ, ਮੈਂ ਪਿੱਛੇ ਇੱਕ ਕਿਤਾਬ ਪੜ੍ਹ ਰਿਹਾ ਸੀ, ਉਹ ਆਰਐਸਐਸ ਦਾ ਬੜਾ ਵੱਡਾ ਤਕੜਾ ਵਰਕਰ ਰਿਹਾ, ਐ ਪੂਰਾ ਲੈਫਟੈਨ ਰਿਹਾ। ਜਿੱਦੇ ਉਹਦੀ ਰੋਟੀ ਵੀ ਤੂੰ ਦਲਤਾ ਹੈ, ਪਹਿਲਾਂ ਉਹਦੇ ਘਰੇ ਖਾਧੀ ਨਹੀਂ, ਫਿਰ ਉਹਨੂੰ ਕਹਤਾ ਚਲ ਪੈਕ ਕਰਕੇ ਦੇਣੀ, ਫਿਰ ਪੈਕ ਉਹਨਾਂ ਉੱਥੇ ਵੀ ਨਹੀਂ ਖਾਧੀ, ਫਿਰ ਕਿਹਾ ਇੱਥੇ ਤਾਂ ਇਹ ਖਿਲਾਵਾਂਗੇ ਇਹਨਾਂ ਨੂੰ, ਫਿਰ ਵੀ ਪਤਾ ਲੱਗ ਜੂ, ਜਾ ਕੇ ਦੂਜੇ ਪਿੰਡ 'ਚ ਖਿਲਾ ਦਾਂਗੇ। ਰਸਤੇ 'ਚ ਸੜਕ ਦੇ ਸੁੱਟੀ, ਉਦੋਂ ਉਹਨੂੰ ਪਤਾ ਲੱਗਿਆ ਵੀ ਇਹ ਵਿਤਕਰੇ ਖਤਮ ਨਹੀਂ ਹੁੰਦੇ, ਇਹ ਐਵੇਂ ਕਹਿਣ ਦੀ ਗੱਲ। ਉਹ ਬੜਾ ਵੱਡਾ ਲੈਫਟੈਨ ਸੀ ਇਹਨਾਂ ਦਾ, ਉਹ ਆਇਆ ਸੀ ਇੱਥੇ ਅਯੁੱਧਿਆ 'ਚ ਵੀ, ਅਤੇ ਅਯੁੱਧਿਆ ਦੇ ਵਿੱਚ ਉਹ ਮੰਦਿਰ 'ਚ ਆਇਆ, ਤੇ ਜਿਹੜੇ ਗੱਡੀ 'ਚ ਚੜਾਉਣ ਵਾਲੇ ਸੀ ਉਹਨਾਂ ਨੂੰ ਉੱਥੇ ਝੰਡੀਆਂ ਦਿਖਾ ਕੇ ਚਲੇ ਗਏ। ਟਿਕਟ ਇਕੱਲੇ ਇਕੱਲੇ ਨੂੰ ਫੜਾਦਾ ਵੀ ਕੁੱਟੇ ਜਾਓਗੇ ਆਪੇ, ਕਿਸੇ ਨੂੰ ਤੁਹਾਡਾ ਆਪਦਾ ਟਿਕਟ ਲੈ ਕੇ ਕੋਈ ਵੀ ਜਾ ਰਿਹਾ, ਤੁਹਾਨੂੰ ਕੋਈ ਇਹ ਵੀ ਨਾ ਮੰਨੇ, ਇਹ ਗੱਲ ਨਿਕਲਦੀ ਸੀ। ਸੋ ਇਸ ਕਰਕੇ ਆਪਾਂ ਇਹ ਗੱਲ ਮੰਨ ਕੇ ਚੱਲੀਏ ਵੀ ਇਹਨਾਂ ਤੋਂ ਖਤਰੇ ਨੇ, ਉਹ ਏਕਾਧਿਕਾਰਵਾਦੀ ਨਹੀਂ, ਉਹ ਮਨੁੱਖੀ ਹੱਕਾਂ ਨੂੰ ਖੋਹਣ ਦੇ ਖਤਰੇ। ਡਾਕਟਰ ਸਾਹਿਬ ਇੱਕ ਹੋਰ ਗੱਲ ਹੈ ਕਿ ਕੀ ਆਪਾਂ ਇਹ ਮੰਨ ਲਈਏ ਕਿ ਭਾਜਪਾ ਜਿਹੜੀ ਹੈ ਉਹ ਜੇ 1 ਕਦਮ ਜਾਂ 2 ਕਦਮ ਜਾਂ 10 ਕਦਮ ਪਿੱਛੇ ਹਟਦੀ ਹੈ ਤਾਂ ਉਹਨੇ ਉਨੇ ਹੀ ਜ਼ੋਰ ਦੇ ਨਾਲ ਅੱਗੇ ਆਉਣਾ, ਕਿਉਂਕਿ ਇਸ ਹਾਰ ਨੂੰ ਪਹੁੰਚਾਉਣਾ ਜਿਹੜਾ ਦੁਨੀਆ ਭਰ ਦੇ ਵਿੱਚ ਚਰਚੇ ਹੋ ਗਏ ਹੋਣੇ ਕਿ ਦੇਖੋ ਇਹ ਥਾਂ ਥਾਂ ਤੇ ਸਰਕਾਰਾਂ ਤੋੜਦੇ ਸੀ, ਇਹਨਾਂ ਦੇ ਆਪਣੇ ਜਿਹੜਾ ਨੱਕ ਥੱਲੇ ਹੀ ਕੁਝ ਵਾਪਰ ਗਿਆ, ਤੇ ਇਸ ਹਾਰ ਨੂੰ ਲੈ ਕੇ ਬੁਖਲਾਹਟ ਦੇ ਵਿੱਚ ਤਾਂ ਹੋਣਗੇ ਕਿ ਕੁਝ ਨਾ ਕੁਝ ਤਾਂ ਕੀਤਾ ਜਾਏ। ਮੈਂ ਪੜ੍ਹ ਰਿਹਾ ਸੀ ਕਿ ਪਾਸਵਾਨ ਨੇ ਉੱਥੋਂ ਦੇ ਲੀਡਰ ਨੇ, ਉਹ ਕਹਿੰਦੇ ਕਿ ਰਾਸ਼ਟਰਪਤੀ ਰਾਜ ਲਾ ਦਿਓ ਇੱਥੇ, ਦੁਬਾਰਾ ਇਲੈਕਸ਼ਨ ਕਰਾਓ ਤੇ ਅਸੀਂ ਸੱਤਾ ਦੇ ਵਿੱਚ ਆ ਜਾਾਂਗੇ। ਫਿਰ ਦੇਖੋ ਚਿਰਾਗ ਪਾਸਵਾਨ ਵਰਗੇ ਬਥੇਰੇ ਬੰਦੇ ਨੇ ਜਿਹੜੇ ਸੱਤਾ ਚਾਹੁੰਦੇ ਨੇ, ਇੱਥੇ ਸਿੱਖ ਵੀ ਬਹੁਤ ਨੇ, ਸ਼ਡਿਊਲਡ ਕਾਸਟ ਵੀ ਬਹੁਤ ਨੇ, ਅਫਸਰ ਨੇ, ਉਹ ਰਿਟਾਇਰ ਹੋ ਕੇ ਇਹਨਾਂ 'ਚ ਜਾ ਰਹੇ ਨੇ। ਸੱਤਾ ਦਾ ਲਾਲਚ 'ਚ ਜਿਹੜੇ ਹੈਗੇ ਨੇ ਉਹ ਤਾਂ ਸਾਰੇ ਇਹੀ ਕੁਛ ਕਰ ਰਹੇ ਨੇ। ਉਹ ਨਾਲ ਆਪਦੀ ਕੌਮ ਜਾਂ ਆਪਦੀ ਕਾਸਟ ਜਾਂ ਆਪਦੇ ਫਿਰਕੇ ਦਾ ਇਹ ਵੀ ਦਮ ਵੀ ਭਰਦੇ ਨੇ ਵੀ ਅਸੀਂ ਤਾਂ ਉਹਨਾਂ ਦੇ ਸਭ ਤੋਂ ਵੱਡੇ ਮਿਲੀਟੈਂਟ ਆ, ਇਹ ਵੀ ਕਹਿੰਦੇ ਨੇ ਆਪਦੇ ਆਪ ਨੂੰ, ਐਂ ਨਹੀਂ ਹੈ। ਸੋ ਆਪਦੇ ਫਿਰਕੇ ਨੂੰ ਨਾਲ ਲਾ ਕੇ ਰੱਖਣਾ ਉਹਨੇ। ਸੋ ਅੱਜ ਇੱਕ ਵੀਡੀਓ ਘੁੰਮ ਰਹੀ ਸੀ, ਜਿਹੜੇ ਸਾਡੇ ਤਾਜ਼ੇ MP ਬਣੇ ਨੇ ਪੰਜਾਬ 'ਚੋਂ, ਵੀ ਉਹ ਐਕਚੁਅਲੀ ਕੀ ਨੇ, ਉਹ ਸਿੱਖ ਕਹਿ ਰਹੇ ਨੇ ਜੋ ਕੁਛ, ਉਹ ਵੀਡੀਓ ਸੁਣ ਕੇ ਬੰਦਾ ਹੈਰਾਨ ਹੈ, ਇਹਦੇ ਵਿੱਚ ਇਹ ਕੁਛ ਹੈ। ਸੋ ਇਹ ਜਿਹੜਾ ਨਾ ਭਾਜਪਾ ਨੂੰ ਇਸੇ ਗੱਲ ਦਾ ਹੰਕਾਰ ਹੈ। ਇਹ ਠੀਕ ਤੁਸੀਂ ਕਿਹਾ ਤਾਂ ਸਾਇੰਸ ਦਾ ਪ੍ਰਿੰਸੀਪਲ ਹੈ ਕਿ ਜਿੰਨੀ ਤੁਸੀਂ ਗੇਂਦ ਦਬਾਓਗੇ ਉਨੀ ਜ਼ੋਰ ਨਾਲ ਉੱਠੇਗੀ, ਪਰ ਜੇ ਦਬਾ ਇੰਨੀ ਦਿਓਗੇ ਉਹਦੀ ਹਵਾ ਹੀ ਕੱਢ ਦੋਗੇ ਫਿਰ ਨਹੀਂ ਉੱਠ ਸਕਦੀ।
ਠੀਕ। ਸੋ ਇਸ ਕਰਕੇ ਹਵਾ ਕੱਢਣੀ ਪੈਣੀ ਹੈ। ਮੈਂ ਡਾਕਟਰ ਸਾਹਿਬ, ਮੈਂ ਆਖਰੀ ਸਵਾਲ ਇਹ ਕਰਾਂ, ਮੇਰੇ ਧਿਆਨ ਵਿੱਚ ਆਇਆ ਕਿ ਹੁਣ ਜਿਵੇਂ ਜੋ ਕੁਝ ਭਾਜਪਾ ਜਿਹੜੀਆਂ ਨੀਤੀਆਂ ਤੇ ਚੱਲਦੀ ਹੈ, ਜਾਂ ਫਾਸ਼ੀਵਾਦ ਕਹਿ ਲਓ, ਜਾਂ ਤਾਨਾਸ਼ਾਹ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਇਹਦਾ ਬਦਲ ਜਿਹੜਾ ਆ ਉਹ ਵਾਰ-ਵਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕਿਉਂ ਦੇਖਿਆ ਜਾ ਰਿਹਾ, ਜਦ ਕਿ ਹੋਰ ਧਿਰਾਂ ਵੀ ਬੈਠੀਆਂ, ਹੋਰ ਵੀ ਮੁਕਾਬਲੇ ਵਿੱਚ ਨੇ, ਸਿਰਫ ਉਹਨਾਂ ਨੂੰ ਹੀ ਕਿਉਂ ਦੇਖਿਆ ਜਾ ਰਿਹਾ? ਜਾਂ ਕੀ ਇਹ ਸਿਰਫ ਪ੍ਰਚਾਰਿਆ ਜਾ ਰਿਹਾ? ਕਿਉਂਕਿ ਤੁਸੀਂ ਪੜ੍ਹਿਆ ਹੋਣਾ, ਕੱਲ ਪਰਸੋਂ ਆਇਆ ਸੀ ਕਿ ਕੇਜਰੀਵਾਲ ਮਿਸ਼ਨ, ਕੇਜਰੀਵਾਲ ਫॉर PM। ਦੇਖੋ ਗੱਲ ਇਹ ਹੈ, ਉਹ ਪ੍ਰਚਾਰਿਆ ਤਾਂ ਹੀ ਜਾ ਰਹੀ ਹੈ ਕਿਉਂਕਿ ਕੇਜਰੀਵਾਲ ਤਾਂ ਬੀ ਟੀਮ ਹੈ, ਆਪ ਵਾਲੇ ਤਾਂ RSS ਹੀ ਹੈ ਪ੍ਰੈਕਟੀਕਲੀ। ਐ ਨਾ ਆਪਾਂ ਮੰਨ ਕੇ ਚੱਲੀਏ, ਉਹ ਠੀਕ ਹੈ ਜਿੰਨਾ ਚਿਰ RSS ਦੇ ਸਮਰਥਨ ਨਾਲ ਸੋ ਕਾਲਡ BJP ਬਣੀ ਹੋਈ ਹੈ, ਉਹਨਾਂ ਚਿਰ ਆਪ ਉਹਨਾਂ ਕੁ ਡਿਸਟੈਂਸ ਰੱਖੇਗੀ ਆਪਣੇ ਆਪ ਤੋਂ। ਅਦਰਵਾਈਜ਼ ਤਾਂ ਇੱਕ ਅਧਿਕਾਰਵਾਦੀ ਤਾਂ ਆਪਾਂ ਪੰਜਾਬ 'ਚ ਨਹੀਂ ਦੇਖ ਲਿਆ ਜੋ ਕੁਛ ਹੋਇਆ। ਚਾਹੇ ਚੋਣਾਂ ਹੁਣ ਰੌਲਾ ਹੀ ਰੋਜ਼ ਹੀ ਜਿਹੜਾ ਰੌਲਾ ਪਿਆ ਜਾਂਦਾ। ਹੁਣ ਤੁਸੀਂ ਦੇਖੋ ਵੀ ਇਹ ਉੱਤੋਂ ਹੀ ਕੋਈ ਫੈਸਲਾ ਹੋਇਆ ਹੋਣਾ, ਇਹ ਜੀ ਲੱਗ ਗਿਆ ਨਾਲ ਦੀ ਨਾਲ ਜਵਾਨਤ ਹੋ ਗਈ। ਇਹ ਕੀ ਹੈ? ਮਤਲਬ ਕਿ ਇਹ ਗੇਮ ਤਾਂ ਸਮਝਣੀ ਪਊਗੀ ਨਾ। ਸੋ ਇਸ ਕਰਕੇ ਇਹ ਪ੍ਰਚਾਰ ਵੀ ਉਹੀ ਸੈਕਸ਼ਨ ਕਰ ਰਿਹਾ ਜਿਹੜਾ BJP ਦੇ ਵੀ ਸਮਰਥਕ ਆ ਵੀ ਕੇਜਰੀਵਾਲ ਵੀ ਚੰਗਾ ਜੇ। ਇਹ ਮੈਂ ਤੁਹਾਨੂੰ ਕਿਉਂ ਕਹਿਣਾ, ਜਦ ਪਿਛਲੀ ਵਾਰੀ ਚੋਣ ਹੋਈ ਹੈ ਨਾ, ਜੇ ਪੁਲਵਾਮਾ ਨਾ ਕਰਤੇ ਜਾਂ ਹੁੰਦਾ ਜੋ ਵੀ ਹੈ, ਕਹਿ ਲਓ, ਲੋਕ ਤਾਂ ਇਹੀ ਕਹਿੰਦੇ ਵੀ ਇਹਨਾਂ ਨਹੀਂ ਕਰਿਆ ਕਿਉਂਕਿ ਉੱਥੇ RDX ਪਹੁੰਚਿਆ ਕਿਵੇਂ, ਉੱਥੇ ਇੰਨੀ ਦੇਰ ਖੜੀ ਕਿਵੇਂ ਰਹੀ ਗੱਡੀ, ਉਹਨਾਂ ਨੂੰ ਪਤਾ ਕਿਵੇਂ ਲੱਗਿਆ ਵੀ ਐਸ ਗੱਡੀ ਹੈ ਜਿਹੜੀ ਇਹ ਬੁਲਟ ਪ੍ਰੂਫ ਨਹੀਂ ਹੈ। ਸੋ ਇਹ ਸਾਰਾ ਕੁਛ ਤਾਂ ਹੈਗਾ ਸੀ, ਪਰ ਚਲੋ ਛੱਡੋ ਉਸ ਗੱਲ ਨੂੰ, ਉਹਦੀ ਇਨਕੁਆਇਰੀ ਤਾਂ ਇਹਨਾਂ ਕਰਾਉਣੀ ਕੋਈ ਨਹੀਂ। ਉਦੋਂ ਇਹ ਹੋ ਰਿਹਾ ਸੀ, ਇਹ ਮੀਡੀਆ ਦੇ ਵਿੱਚ ਬਹਿਸਾਂ 'ਚ ਜਿੱਥੇ ਮੈਂ ਖੁਦ ਪਾਰਟੀਸਪੇਟ ਕਰਿਆ ਹੋਇਆ, ਜਦ ਇਹ ਜਮਾ ਕਾਰਨਰ ਹੋ ਜਾਂਦੇ ਸੀ ਵੀ ਮੋਦੀ ਸਾਹਿਬ ਬਿਲਕੁਲ ਨਹੀਂ ਹੋ ਸਕਦਾ, ਹੁਣ ਮੋਦੀ ਸਾਹਿਬ ਨਹੀਂ ਹੋਣੇ ਚਾਹੀਦੇ, ਉਦੋਂ ਇਹ ਕਹਿ ਦਿੰਦੇ ਸੀ ਵੀ ਚੰਗਾ ਜੇ ਮੋਦੀ ਸਾਹਿਬ ਨਹੀਂ ਤਾਂ ਹੋਰ ਕੌਣ। ਹੁਣ ਉਹਨੇ ਕਹਿਤਾ ਮੋਦੀ ਸਾਹਿਬ ਨਹੀਂ ਤਾਂ ਕੇਜਰੀਵਾਲ, ਬਸ ਇੰਨਾ ਹੀ। ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਧੰਨਵਾਦ ਤੁਹਾਡਾ। ਸੋ ਨਾਈਸ, ਥੈਂਕ ਯੂ। ਸਨ ਉੱਗੇ ਵਿਦਵਾਨ ਡਾਕਟਰ ਪਿਆਰਾ ਲਾਲ ਗਰਗ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।